74ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਹੈ। ਸਾਰਿਆਂ ਨੂੰ ਉਸ 'ਤੇ ਬਹੁਤ ਬਹੁਤ ਵਧਾਈ ਹੋਏ। ਉਸ ਸਾਡੀ ਆਜ਼ਾਦੀ ਪਾਉਣ ਵਾਸਤੇ ਪੰਜਾਬੀਆਂ ਦੀ ਅਣਗਿਣਤ ਕੁਰਬਾਨੀਆਂ ਰਹੀਆਂ ਨੇ। ਮੇਰਾ ਖਿਆਲ ਅਗਰ ਤੁਸੀਂ ਜਿੱਥੇ ਮਰਜ਼ੀ ਜਾਓ, ਮੈਂ ਵੀ ਗਿਆ ਸੀ ਪਿਛਲੀ ਵਾਰ ਐਂਡਮਨ ਆਈਲੈਂਡਸ ਨੂੰ, ਜਿੱਥੇ ਕਾਲਾ ਪਾਣੀ ਦੀ ਸਜ਼ਾ ਹੁੰਦੀ ਸੀ, ਔਰ ਉੱਥੇ ਉਹ ਬੋਰਡ ਦੇ ਉੱਪਰ ਸੈਂਕੜੇ ਹੀ ਉੱਥੇ ਨਾਂ ਸਾਡੇ ਪੰਜਾਬੀਆਂ ਦੇ ਸੀ ਜਿਹੜੇ ਇੱਕ ਵਾਰ ਭੇਜੇ ਜਾਂਦੇ ਸੀ ਔਰ ਫਿਰ ਮੁੜ ਕੇ ਨਹੀਂ ਆਉਂਦੇ ਸੀ ਕਦੇ। ਉਹਨਾਂ ਨੇ ਆਪਣੇ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ। ਫੌਜ ਨੇ ਲੜੀ, ਜੋ 1947 ਦੇ ਵਿੱਚ ਉੱਥੇ ਲੜੇ। ਫੌਜ ਨੇ ਇੰਨਾ ਕੁਛ ਆਪਣੇ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ 'ਚ। ਸਭ ਸਾਡਾ ਸੀ, ਚਾਹੇ ਇਟਲੀ ਦੇ ਵਿੱਚ ਸੀ, ਚਾਹੇ ਨਾਰਥ ਅਫਰੀਕਾ ਵਿੱਚ ਸੀ, ਚਾਹੇ ਗ੍ਰੀਸ ਵਿੱਚ ਸੀ। ਪੰਜਾਬੀਆਂ ਨੇ ਜੰਗ ਉੱਥੇ ਲੜਿਆ ਔਰ ਸਾਡਾ ਪੂਰੇ ਪੰਜਾਬ ਦਾ ਨਾਮ ਅੱਜ ਸਾਰੀ ਦੁਨੀਆ ਲੈਂਦੀ ਹੈ। ਹੁਣ ਮੈਂ ਕਿਤਾਬ 'ਚ ਅੱਜ ਦੇਖ ਰਿਹਾ ਸੀ ਕਿ ਇਟਲੀ ਨੇ ਵੀ ਉੱਥੇ ਆਪਣੇ ਪੰਜਾਬੀਆਂ ਦਾ ਕੋਈ ਬੁੱਤ ਲਾਇਆ, ਜਿੱਥੇ ਜਿਹੜੇ ਕੁਰਬਾਨੀ ਉਹਨਾਂ ਨੇ ਪਹਿਲੀ ਲੜਾਈ ਔਰ ਦੂਜੀ ਮਹਾਂਯੁੱਧ ਦੇ ਵਿੱਚ ਕੀਤਾ ਸੀ, ਉਹਦੇ ਵਾਸਤੇ ਇੰਨੀ ਦੇਰ ਤੋਂ ਬਾਅਦ ਯਾਦ ਰੱਖਦੇ ਨੇ ਸਾਨੂੰ। ਸੋ ਇਹ ਅੱਜ ਆਪਾਂ ਉਸ ਦਿਨ ਨੂੰ ਮਨਾ ਰਹੇ ਹਾਂ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ। ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ 1947 ਦੀ ਲੜਾਈ ਕਸ਼ਮੀਰ 'ਚ ਹੋਈ, ਚਾਹੇ 62 ਦੀ ਚਾਈਨਾ ਦੇ ਨਾਲ, ਚਾਹੇ ਫਿਰ ਆਪਣੀ ਹੋਈ 65 ਦੀ ਲੜਾਈ ਇੱਥੇ ਪੰਜਾਬ ਦੇ ਵਿੱਚ, ਫਿਰ 71 ਦੀ ਲੜਾਈ ਵਿੱਚ ਪੰਜਾਬ ਵਿੱਚ ਵੀ ਔਰ ਬੰਗਲਾਦੇਸ਼ ਵਿੱਚ ਵੀ, ਫਿਰ ਸਾਡੇ 99 ਦੇ ਵਿੱਚ ਆਪਣਾ ਕਾਰਗਿਲ ਦੀ। ਸਾਰੇ ਸਾਡੇ ਬੰਦਿਆਂ ਨੇ ਉੱਥੇ ਪ੍ਰਾਪਤੀਆਂ ਕੀਤੀਆਂ। ਹੁਣ ਦੇਖ ਲਓ ਚੀਨ ਦੇ ਵਿੱਚ ਸਾਡੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ। ਹੁਣ 3 ਪੰਜਾਬ ਦੀ ਆਪਣੀ ਰੈਜੀਮੈਂਟ ਸੀ। ਗੁਰਤੇਜ ਸੀ ਇੱਕ ਨੌਜਵਾਨ, ਉਹਨਾਂ ਦੇ ਘਾਤਕ ਪਲਟੂਨ ਦਾ ਇੱਕ ਮੈਂਬਰ ਸੀਗਾ, 25 ਸਾਲ ਦੀ ਉਹਦੀ ਉਮਰ ਸੀ। ਔਰ ਚੀਨੀਆਂ ਨੇ ਜਦ ਹਮਲਾ ਕੀਤਾ, ਬੰਦੇ ਡੰਡੇ ਲੈ ਕੇ ਜਿਨ੍ਹਾਂ ਦੇ ਵਿੱਚ ਕਿੱਲ ਠੋਕੇ ਹੋਏ ਸੀ, ਸਾਡੇ ਮੁੰਡਿਆਂ ਕੋਲ ਕੁਝ ਵੀ ਨਹੀਂ ਸੀ। ਉਹਨੇ ਜਾ ਕੇ 12 ਚੀਨੀ ਆਪਣੇ ਹੱਥਾਂ ਨਾਲ ਮਾਰੇ ਔਰ ਫਿਰ ਕਿਸੇ ਚੀਨੀ ਨੇ ਆ ਕੇ ਉਹਦੇ ਪਿੱਠ 'ਚ ਛੁਰਾ ਘੋਂਪਿਆ, ਜੋ ਚੀਨੀ ਇਸ ਕਿਸਮ ਦੀ ਬੁਜ਼ਦਲੀ ਕਰਦੇ ਨੇ, ਔਰ ਉਹ ਵਿਚਾਰਾ ਮਰਿਆ। ਲੇਕਿਨ ਉਹ ਸਾਡਾ ਸੀਗਾ, ਆਪਣਾ ਮੁੰਡਾ ਸੀ। ਮਾਨਸਾ ਦਾ ਪਿੰਡ, ਤੇ ਮਾਨਸਾ ਦੇ ਕੋਲ ਪਿੰਡ ਹੈ ਉਹਦਾ। ਇਸ ਕਿਸਮ ਦੇ ਲੋਕਾਂ ਨੇ ਸਾਡੀਆਂ ਆਪਣੇ ਦੇਸ਼ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਅੱਜ ਦੇ ਦਿਹਾੜੇ ਦੇਖੋ ਪੰਜਾਬ ਦੇ ਦੁਨੀਆ ਦੇ ਵਿੱਚ ਕੀ ਹੋ ਰਿਹਾ। ਦੇਸ਼ ਦੇ ਵਿੱਚ ਕੋਈ ਸੂਬਾ ਨਹੀਂ ਜਿੱਥੇ ਸਾਡੇ ਪੰਜਾਬੀ ਅੱਗੇ ਨਹੀਂ ਵਧੇ ਹੋਏ, ਚਾਹੇ ਇੰਡਸਟਰੀ ਦੇ ਵਿੱਚ ਹੋਏ, ਚਾਹੇ ਖੇਤੀਬਾੜੀ ਕਰਦੇ ਹੋਣ, ਚਾਹੇ ਆਪਣਾ ਕਿਸੇ ਗਵਰਨਮੈਂਟ ਦੇ ਵਿੱਚ ਕੰਮ ਲੈਂਦੇ ਹੋਣ ਜਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੈਂਦੇ ਹੋਣ। ਸਾਰੇ ਕਿਤੇ ਪੰਜਾਬੀ ਛਾਏ ਹੋਏ ਨੇ ਸਾਡੇ, ਔਰ ਬੜਾ ਉਹਨਾਂ ਨੇ ਨਾਂ ਪਾਇਆ। ਜਿਹੜੇ ਸਾਡਾ ਗੁਰੂ ਦਾ ਲੰਗਰ ਹੈ, ਜਦੋਂ ਵੀ ਕੋਈ ਘਟਨਾ ਆਉਂਦੀ ਹੈ, ਉਹਦੇ ਵਿੱਚ ਇੱਕਦਮ ਸਾਰੇ ਲੱਗ ਕੇ ਆਪਣੇ ਗੁਰੂ ਦਾ ਲੰਗਰ ਲਾ ਕੇ ਲੋਕਾਂ ਨੂੰ ਉੱਥੇ ਪ੍ਰਸ਼ਾਦੇ ਛਕਾਉਂਦੇ ਨੇ। ਤੋ ਇਹ ਗੱਲਾਂ ਆਪਣੀ ਯਾਦ ਹੈ। ਔਰ ਇੱਕ ਪਾਸੇ ਇੱਕ ਬੈਠਾ ਹੈ, ਇਹ ਪੰਨੂ ਬੈਠਾ ਉੱਥੇ ਅਮਰੀਕਾ 'ਚ, ਸਿੱਖਸ ਫॉर ਜਸਟਿਸ ਕਹਿੰਦਾ ਹੈ। ਉਹ ਹੁਕਮ ਦਿੰਦਾ ਪੰਜਾਬੀਆਂ ਨੂੰ ਕਿ ਕੱਲ੍ਹ ਨੂੰ ਤੁਸੀਂ ਆਪਣੇ ਖਾਲਿਸਤਾਨ ਦੇ ਝੰਡੇ ਚੜਾਓ। ਕਿਸ ਵਾਸਤੇ ਚੜਾਈਏ? ਤੂੰ ਆ ਕੇ ਚੜਾਓ ਰੇ। ਜਦ ਸਾਡੇ ਪੰਜਾਬੀ ਸਹੀ ਵਸੇ ਹੋਏ ਨੇ, ਜਿਹੜੇ ਆਪਣਾ ਪੂਰੇ ਦੇਸ਼ ਦੇ ਇੱਕ, ਜਿਹੜਾ ਸਾਡੀ ਪੰਜਾਬੀ ਨੇ ਇੱਕ ਦੇਸ਼ ਦੇ ਇੱਕ ਬਹੁਤ ਮੰਨੇ ਹੋਏ ਲੋਕ ਨੇ, ਜਿਨ੍ਹਾਂ ਨੇ ਇੰਨੀ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ, ਉਹ ਕਿਉਂ ਬਣਾਉਣ ਆਪਣੇ ਖਾਲਿਸਤਾਨ ਦਾ ਝੰਡਾ? ਤੂੰ ਚੜਾ ਲਿਆ ਅਮਰੀਕਾ 'ਚ, ਤੂੰ ਚੜਾ ਲਿਆ ਜਿੱਥੇ ਤੂੰ ਆਪਣਾ ਬਣਾਉਣਾ ਹੈ। ਇੱਥੇ ਨਾ, ਮੈਂ ਤੈਨੂੰ ਕਈ ਵਾਰ ਕਿਹਾ ਇਸ ਨੂੰ ਕਿ ਤੂੰ ਵੜ ਕੇ ਦੇਖ ਪੰਜਾਬ 'ਚ, ਮੈਂ ਦੇਖਣਾ ਤੈਨੂੰ ਕਿ ਤੂੰ ਤਰੱਕੀ ਕਰਦਾ। ਇਹਦੇ ਆਖੇ ਨਹੀਂ ਲੱਗਣਾ ਨੌਜਵਾਨੋ। ਮੈਂ ਨੌਜਵਾਨਾਂ ਨੂੰ ਖਾਸ ਕਰਕੇ ਕਹਿ ਰਿਹਾ, ਕਈ ਗੱਲ ਭਾਵਕ ਹੋ ਜਾਂਦੇ ਨੇ ਔਰ ਇਹ ਜਿਹੀ ਗੱਲ ਕਰਦੇ ਨੇ, ਇਹ ਨਹੀਂ ਇਹ ਕਰਨੀ। ਦੇਖੋ ਆਪਣਾ ਇਤਿਹਾਸ ਔਰ ਦੇਖੋ ਕਿਸ ਤਰੀਕੇ ਨਾਲ ਸਿੱਖਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਨੇ, ਪੂਰੇ ਪੰਜਾਬੀਆਂ ਨੇ ਦਿੱਤੀਆਂ ਨੇ। ਆਜ਼ਾਦੀ ਦੀ ਲੜਾਈ ਹੋਏ ਜਾਂ ਜੰਗ ਦੀ ਲੜਾਈ ਹੋਏ, ਕਿਤੇ ਵੀ ਆਪਾਂ ਦਿੱਤੀਆਂ ਨੇ। ਦੇਸ਼ ਦੀ ਆਪਾਂ ਰੱਖਿਆ ਕੀਤੀ ਹੈ ਔਰ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜੇ ਮਾੜੇ ਲੋਕ ਨੇ ਸਿਰਫ ਪੈਸੇ ਬਣਾਉਣ ਵਾਸਤੇ ਕਰਦੇ ਨੇ, ਹੋ ਰਹੇ ਨੇ ਕੀ ਲੈਣਾ? ਕੋਈ ਸ਼ਕਲ ਦੇਖੀ ਤੁਸੀਂ ਕਦੇ? ਇਹ ਪੰਜਾਬੀ ਸ਼ਕਲ ਵੀ ਨਹੀਂ ਮੈਨੂੰ ਲੱਗਦੀ, ਪਤਾ ਨਹੀਂ ਕਿਸ ਕਿਸਮ ਦਾ ਇਹ ਬੰਦਾ। ਔਰ ਇਹ ਇੱਥੇ ਆ ਕੇ ਸਾਨੂੰ ਇਹੋ ਜਿਹੇ ਹੁਕਮ ਦਿੰਦਾ ਹੈ ਕਿ ਇੱਥੇ ਝੰਡੇ ਚੜਾ ਦਿਓ, ਇੱਥੇ ਫਲਾਣਾ ਕਰੋ, ਇੱਥੇ ਟਿਮਕਾ ਕਰੋ। ਇਹਦੇ ਬਿਲਕੁਲ ਤੁਸੀਂ ਇਸ ਕੰਮ 'ਚ ਨਹੀਂ ਆਉਣਾ। ਅੱਜ ਹੁਣ ਜਿਹੜੀ ਗੱਲ ਮੈਂ ਬਾਰ-ਬਾਰ ਕਰਦਾ ਤੁਹਾਡੇ ਨਾਲ, ਉਹ ਇਸ ਕਰੋਨਾ ਬਿਮਾਰੀ COVID-19 ਜਿਹਨੂੰ ਕਹਿੰਦੇ ਨੇ, ਇਹਦੇ ਸੰਬੰਧ ਵਿੱਚ। ਦੇਖੋ ਮੇਰੇ ਵੀਰ ਔਰ ਭੈਣੋ, ਮੈਂ ਤੁਹਾਨੂੰ ਕਈ ਵਾਰ ਕਿਹਾ, ਇਹ ਬਿਮਾਰੀ ਆਪਾਂ ਕੰਟਰੋਲ ਕਰ ਸਕਦੇ ਹਾਂ। ਇਹ ਕਿਸੇ ਨੂੰ ਪਤਾ ਨਹੀਂ ਹੈ ਕੀ ਬਿਮਾਰੀ ਹੈ, ਕਿੱਥੋਂ ਆਉਂਦੀ ਹੈ, ਕੈਸੇ ਆਉਂਦੀ ਹੈ, ਕਿੱਥੇ ਜਾਊਗੀ, ਕਿੱਥੇ ਨਹੀਂ ਜਾਊਗੀ, ਕਿੱਥੇ ਦੁਬਾਰਾ ਆਊਗੀ। ਕਿਤੇ ਸਪਾਈਕਸ ਕਹਿੰਦੇ ਨੇ ਕਿ ਇੱਕ ਦਿਨ ਕਦੇ ਚੜ੍ਹ ਜੂਗੀ, ਫਿਰ ਕੁਝ ਦਿਨਾਂ ਵਾਸਤੇ ਥੱਲੇ ਆ ਜੂ, ਫਿਰ ਦੂਜਾ ਸਪਾਈਕ ਆ ਜਾਊਗਾ ਉੱਪਰ। ਜੋ ਦੁਨੀਆ 'ਚ ਹੋ ਰਿਹਾ ਔਰ ਜੋ ਸਾਡੇ ਮਾਰ ਦੱਸਦੇ ਨੇ, ਆਹੀ ਦੱਸਦੇ ਨੇ। ਲੇਕਿਨ ਇਹਦੇ 'ਚ ਅਗਰ ਆਪਾਂ ਹਿੱਸਾ ਪਾ ਸਕਦੇ ਹਾਂ, ਇਹਦੇ ਨਾਲ ਇਹ ਸਪਾਈਕ ਬਚ ਸਕਦੇ ਨੇ। ਔਰ ਸਾਡੇ ਜਿਹੜੇ
ਮਰੀਜ਼ ਨੇ ਜੋ ਹਸਪਤਾਲਾਂ ਜਾਂਦੇ ਨੇ ਜਾਂ ਜਿਹੜੀਆਂ ਮੌਤਾਂ ਹੋਈਆਂ ਨੇ, ਹੁਣ ਤੁਹਾਨੂੰ ਯਾਦ ਹੈ ਜਦੋਂ ਸ਼ੁਰੂਆਤ ਕੀਤੀ ਸੀ 2-3 ਹੁੰਦੇ ਸੀ ਸਾਡੇ ਬੰਦੇ ਜਾਂਦੇ, ਫਿਰ 200 ਤੇ ਪਹੁੰਚ ਕੇ, ਫਿਰ 300 ਤੇ ਪਹੁੰਚ ਕੇ, ਹੁਣ 1000 ਬੰਦਾ ਡੇਲੀ ਬਿਮਾਰ ਹੋ ਰਿਹਾ। ਔਰ ਡੇਰਾ ਬਿਮਾਰ ਹੋਣ ਤੋਂ ਇਲਾਵਾ ਆਹ ਦੇਖ ਲਓ ਮੇਰੇ ਕੋਲ ਆંકੜੇ ਪਏ ਨੇ, ਤੁਹਾਡੇ ਕੋਲ ਰਿਹਾ। ਅੱਜ ਦੇ ਦਿਹਾੜੇ 1035 ਬੰਦੇ ਨਵੇਂ ਕੇਸ ਆਏ ਨੇ ਔਰ 36 ਬੰਦਿਆਂ ਦੀ ਮੌਤ ਹੋਈ ਹੈ। ਟੋਟਲ ਮੌਤਾਂ ਸਾਡੀਆਂ 706 ਔਰ 27,936 ਸਾਡੇ ਕੇਸ ਬਣੇ ਨੇ ਜਿਨ੍ਹਾਂ ਨੂੰ ਬਿਮਾਰੀਆਂ ਲੱਗ ਚੁੱਕੀ। ਉਹਦੇ ਵਿੱਚੋਂ 17,839 ਤਾਂ ਵਾਪਸ ਚਲੇ ਗਏ ਘਰਾਂ 'ਚ ਇਹ ਠੀਕ ਹੋ ਕੇ, ਲੇਕਿਨ ਫਿਰ ਵੀ ਕਈ ਨੇ ਜੋ ਹੋਮ ਕੁਆਰੰਟੀਨ ਦੇ ਵਿੱਚ ਨੇ ਜਾਂ ਕੁਝ ਹਸਪੀਟਲ ਦੇ ਵਿੱਚ ਨੇ। 142 ਤਾਂ ਸਾਡੇ ਹਾਈ ਡਿਪੈਂਡੈਂਸੀ ਆਕਸੀਜਨ 'ਤੇ ਨੇ ਇਸ ਵੇਲੇ ਅੱਜ ਦੇ ਦਿਨ, ਔਰ 25 ਲੋਕ ਨੇ ਵੈਂਟੀਲੇਟਰ ਸਪੋਰਟ 'ਤੇ। ਹੁਣ ਅਗਰ ਆਹ ਜਿਹੜਾ ਹੈ ਨਾ ਕੰਮ, ਇਹ ਤਾਂ ਰੁਕ ਸਕਦਾ ਹੈ ਅਗਰ ਤੁਸੀਂ ਸਹੀ ਸਮੇਂ 'ਤੇ ਆਪਣਾ ਇਲਾਜ ਕਰਾਓ। ਮੈਂ ਦੱਸਾਂ ਕਿ ਤੁਹਾਨੂੰ ਡਾਕਟਰ ਕਹਿੰਦੇ ਨੇ ਕਿ 14-16 ਦਿਨ ਦੇ 18 ਦਿਨ ਦੇ ਵਿੱਚ ਇਹ ਬਿਮਾਰੀ ਇਹ ਅਖੀਰ ਤੱਕ ਜਾਂਦੀ ਹੈ, ਇੱਕ ਸ਼ੁਰੂ ਹੋਣ ਤੋਂ ਲੈ ਕੇ ਅਖੀਰ ਤੱਕ। ਉਹਦੇ ਵਿੱਚ ਤੁਸੀਂ ਅਗਰ ਸ਼ੁਰੂ ਪਹਿਲੇ 72 ਘੰਟਿਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਮੈਨੂੰ ਜ਼ੁਕਾਮ ਹੋਇਆ ਜਾਂ ਮੇਰਾ ਬਦਨ ਦਾ ਦਰਦ ਹੈ ਜਾਂ ਮੇਰਾ ਗਲਾ ਖਰਾਬ ਹੈ, ਉਦੋਂ ਹੀ ਤੁਸੀਂ ਸਮਝੋ ਕਿ ਮੈਨੂੰ ਬਿਮਾਰੀ ਹੋ ਗਈ ਔਰ ਡਾਕਟਰ ਕੋਲ ਸਿੱਧੇ ਜਾਓ ਤੁਸੀਂ। ਲੇਕਿਨ ਸਾਡੇ ਆਪਣੇ ਪੰਜਾਬੀਆਂ ਦੀ ਆਦਤ ਹੈ ਨਾ ਕਿ ਕੋਈ ਗੱਲ ਨਹੀਂ ਜੀ, ਇਹਦਾ ਕੱਲ੍ਹ ਠੀਕ ਹੋ ਜਾਵਾਂਗੇ, ਮੌਸਮ ਦੀ ਗੱਲ ਹੈ। ਇਹ ਮੌਸਮ ਨਹੀਂ, ਇਹ ਬਿਮਾਰੀ ਚੱਲ ਰਹੀ ਹੈ ਉਰੇ। ਅਗਰ ਡਾਕਟਰ ਤੁਹਾਨੂੰ ਕਹਿੰਦਾ ਮੌਸਮ ਦੀ ਗੱਲ ਹੈ, ਫਿਰ ਸ਼ੌਕ ਨਾਲ ਘਰ ਵਾਪਸ ਆ ਜਾਓ। ਅਗਰ ਡਾਕਟਰ ਕਹੇ ਤੁਹਾਨੂੰ ਕੋਵਿਡ ਹੋਇਆ ਹੈ, ਕਰੋਨਾ ਹੋਇਆ ਹੈ, ਤਾਂ ਇਲਾਜ ਕਰਾਓ। ਕਿਉਂਕਿ ਪਹਿਲੇ 72 ਘੰਟਿਆਂ 'ਚ ਅਗਰ ਤੁਸੀਂ ਇਹ ਇਲਾਜ ਸ਼ੁਰੂ ਕਰਾ ਲਓ ਆਪਣਾ, ਕੋਈ ਵੀ ਨਹੀਂ ਮੌਤਾਂ ਹੁੰਦੀਆਂ। ਇਹ ਜਦੋਂ ਸੈਕੰਡ ਜਾਂ ਥਰਡ ਸਟੇਜ ਦੇ ਵਿੱਚ ਜਾ ਕੇ ਅਖੀਰ 'ਚ ਲੋਕ ਹਸਪੀਟਲ ਜਾਂਦੇ ਨੇ, ਉਦੋਂ ਬਹੁਤ ਲੇਟ ਹੋ ਜਾਂਦਾ। ਫਿਰ ਆਕਸੀਜਨ 'ਤੇ ਜਾਣਾ ਪੈਂਦਾ, ਕਦੇ ਫੇਫੜਿਆਂ 'ਚ ਨੁਕਸਾਨ ਹੋ ਜਾਂਦਾ, ਇਹ ਚੀਜ਼ਾਂ ਹੋ ਜਾਂਦੀਆਂ, ਤਾਂ ਹੀ ਇਹ ਗੱਲ ਵੱਧ ਰਹੀ ਹੈ। ਔਰ ਮੈਂ ਤੁਹਾਨੂੰ ਦੱਸ ਰਿਹਾ ਬਾਰ-ਬਾਰ ਕਿ ਅਗਰ ਇਹਦਾ ਆਪਾਂ ਰੋਕਣਾ, ਤਰੀਕਾ ਇੱਕੋ ਹੀ ਹੈ, ਮਾਸਕ ਪਾਓ। ਜਿੱਥੇ ਕੰਮ ਕਰਦੇ ਹੋ ਉੱਥੇ ਮਾਸਕ ਪਾਓ, ਜਦੋਂ ਬਾਹਰ ਬਾਜ਼ਾਰ ਜਾਂਦੇ ਹੋ ਮਾਸਕ ਪਾਓ, ਜਿੱਥੇ ਸੜਕਾਂ 'ਤੇ ਜਾਂਦੇ ਹੋ ਮਾਸਕ ਪਾਓ। ਮਾਸਕ ਪਾਓਗੇ ਤਾਂ 75 ਤੋਂ 80% ਤਾਈਂ ਬਿਮਾਰੀਆਂ ਤੁਸੀਂ ਇਸ ਬਿਮਾਰੀ ਨੂੰ ਰੋਕ ਸਕਦੇ ਆ। ਫਿਰ ਦੂਜੀ ਗੱਲ, ਹੱਥ ਧੋਣਾ। ਇਹ ਸ਼ੁਰੂ ਤੋਂ ਇਹ ਮੈਂ ਦੱਸ ਰਿਹਾ ਸਾਰਿਆਂ ਨੂੰ, ਹੱਥ ਧੋ, ਸੋਸ਼ਲ ਡਿਸਟੈਂਸਿੰਗ ਰੱਖੋ। ਇਹ ਚੀਜ਼ਾਂ ਨੇ ਜਿਹੜੀਆਂ ਮਾਹਰ ਕਹਿੰਦੇ ਨੇ ਦੁਨੀਆ ਭਰ 'ਚ, ਔਰ ਲੋਕ ਇਸ ਤੋਂ ਬਚਦੇ ਨੇ। ਹੁਣ ਇਸ ਵੇਲੇ ਪੰਜਾਬ ਦੀ ਸਪਾਈਕ ਸ਼ੁਰੂ ਹੈ। ਇਹ ਬਿਮਾਰੀਆਂ ਹੁੰਦੀ ਹੈ, ਜਾ ਕੇ ਉੱਪਰ ਨੂੰ ਜਾਂਦੀ ਹੈ, ਫਿਰ ਥੱਲੇ ਆ ਜਾਂਦੀ ਹੈ, ਫਿਰ ਕੁਝ ਦਿਨਾਂ ਬਾਅਦ ਕਹਿੰਦੇ ਸੈਕੰਡ ਸਪਾਈਕ ਹੋ ਜਾਂਦੀ ਹੈ, ਕਿਤੇ ਹੋ ਰਹੀ ਹੈ, ਫਿਰ ਅੱਗੇ ਜਾ ਕੇ ਥਰਡ ਹੋਏ ਜਾਂ ਫੋਰਥ ਹੋਏ, ਇਹ ਨਹੀਂ ਕੁਝ ਕਹਿ ਸਕਦੇ। ਇਹ ਤਾਂ ਸਮਾਂ ਹੀ ਦੱਸੂਗਾ ਸਾਨੂੰ। ਲੇਕਿਨ ਜੋ ਦੁਨੀਆ 'ਚ, ਅਮਰੀਕਾ 'ਚ, ਹੋਰ ਜਗ੍ਹਾ 'ਚ ਤੋਂ ਪਤਾ ਲੱਗ ਰਿਹਾ, ਇਸ ਤਰੀਕੇ ਨਾਲ ਇਹ ਬਿਮਾਰੀ ਜਾਂਦੀ ਹੈ। ਲੇਕਿਨ ਇਹ ਵੀ ਪੋਜ਼ੀਟਿਵ ਗੱਲ ਇੱਕ ਹੈ ਕਿ ਜਦੋਂ ਇਹ ਵਾਇਰਸ ਹੈ, ਥੋੜ੍ਹੀ ਦੇਰ ਬਾਅਦ ਇਹ ਕਮਜ਼ੋਰ ਹੋਣ ਲੱਗ ਜਾਂਦਾ ਹੈ, ਔਰ ਫਿਰ ਆਪਾਂ ਆਪਣੀ ਜਿਹੜੀ ਦੇਖਭਾਲ ਹੈ ਉਹਦੇ 'ਚ ਆਪਾਂ ਕੋਈ ਤਬਦੀਲੀ ਲੈ ਸਕਦੇ ਹਾਂ। ਲੇਕਿਨ ਇਸ ਵੇਲੇ ਨਹੀਂ, ਇਸ ਵੇਲੇ ਆਪਾਂ ਨੇ ਪੂਰੀ ਨਿਗਰਾਨੀ ਰੱਖਣੀ ਹੈ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਕੁਝ ਕਦਮ ਉਠਾਉਣੇ ਪੈ ਰਹੇ ਨੇ ਜਿਹੜੇ ਤੁਹਾਨੂੰ ਬੇਸ਼ੱਕ ਨਾ ਪਸੰਦ ਹੋਣ, ਲੇਕਿਨ ਸਾਡੀ ਡਿਊਟੀ ਬਣਦੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਕਰੋ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਪਰਿਵਾਰਾਂ ਨੂੰ, ਆਪਣੇ ਗੁਆਂਢੀਆਂ ਨੂੰ, ਆਪਣੇ ਪੰਜਾਬੀਆਂ ਨੂੰ, ਸਾਰਿਆਂ ਨੂੰ ਆਪਾਂ ਬਚਾਈਏ। ਪਹਿਲੀ ਗੱਲ ਹੈ ਕਿ ਜੋ ਅਸੀਂ ਦੱਸਦੇ ਹਾਂ ਉਹਨੂੰ ਤੁਸੀਂ ਸਿਰੇ ਚੜਾਓ। ਉਹਦੇ ਵਾਸਤੇ ਮਾਸਕ ਪਾਉਣਾ ਜ਼ਰੂਰੀ ਹੈ, ਜੋ ਮੈਂ ਹੁਣੀ ਤੁਹਾਨੂੰ ਦੱਸ ਕੇ ਦਿੱਤਾ। ਅੰਦਰ ਵੀ ਬਾਹਰ ਵੀ, ਜਿੱਥੇ ਮਰਜੀ, ਜਿੱਥੇ ਵੀ ਇਨਫੈਕਸ਼ਨ ਆਉਣ ਦਾ ਡਰ ਹੈ ਜਾਂ ਅਗਰ ਤੁਹਾਨੂੰ ਬਿਮਾਰੀ ਹੈ, ਕਿਸੇ ਨੂੰ ਹੋ ਚੁੱਕੀ ਹੈ, ਉਹ ਅੱਗੇ ਕਿਸੇ ਨੂੰ ਦੇ ਵੀ ਸਕਦਾ ਬੰਦਾ। ਉਹ ਇਸ ਕਰਕੇ ਚਾਹੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਹੈ ਜਾਂ ਨਹੀਂ ਹੈ, ਇਹ ਤੁਸੀਂ ਮਾਸਕ ਜ਼ਰੂਰ ਪਾਉਣਾ। ਮੈਂ ਇੱਕ ਹੈਲਥ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਜਿਹੜੇ ਵੀ ਲੋਕ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਅਸੀਂ ਪਾਉਂਦੇ, ਮਾਈਕਰੋ ਕੰਟੇਨਮੈਂਟ ਜ਼ੋਨ ਕੀ ਹੈ? ਅਗਰ ਤੁਹਾਡੇ ਘਰ ਦੇ ਵਿੱਚ ਕਰੋਨਾ ਹੈ ਤਾਂ 4-5 ਘਰ ਆਲੇ ਦੁਆਲੇ ਦੇ ਇਹਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾ ਦਾਂਗੇ। ਔਰ ਅਗਰ ਬਹੁਤ ਜ਼ਿਆਦਾ ਹੈ ਫਿਰ ਕੰਟੇਨਮੈਂਟ ਜ਼ੋਨ ਬਣ ਜਾਂਦੀ ਹੈ। ਲੇਕਿਨ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਮੈਂ ਕਿਹਾ ਕਿ ਅਗਲੇ 3 ਦਿਨਾਂ ਦੇ ਵਿੱਚ ਸਾਰਿਆਂ ਦੀ ਟੈਸਟਿੰਗ ਕਰਾਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਹੋਰ ਤੁਹਾਡੇ ਗੁਆਂਢੀਆਂ ਨੂੰ ਤਾਂ ਨਹੀਂ ਹੋਇਆ ਕਿਤੇ। ਇਹ ਮੈਂ ਇੱਕ ਗੱਲ ਕਰ ਦਿੱਤੀ ਹੈ। ਔਰ ਮੈਂ ਤੁਹਾਨੂੰ 72 ਘੰਟਿਆਂ ਦਾ ਦੱਸ ਚੁੱਕਿਆ ਕਿ 72 ਘੰਟਿਆਂ ਦੇ ਵਿੱਚ ਆਪਣਾ ਜਦੋਂ ਵੀ ਤੁਹਾਨੂੰ ਲੱਗੇ ਕਿ ਮੇਰੀ ਤਬੀਅਤ ਕੁਛ ਠੀਕ ਨਹੀਂ, ਉਹ ਤੁਸੀਂ ਜਾਓ ਉੱਥੇ ਔਰ ਡਾਕਟਰ ਨੂੰ ਮਿਲੋ। ਔਰ ਇਹ ਕੋਈ
ਟੈਸਟਿੰਗ ਕਰਾਉਣਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਕੋਈ ਸੱਟ ਲੱਗਦੀ ਹੈ ਜਾਂ ਕੋਈ ਇੰਜੈਕਸ਼ਨ ਬਾੜ ਦਿੰਦਾ ਵਿੱਚ ਉਰੇ ਜਾਂ ਕੋਈ ਹੋਰ ਚੀਜ਼ ਤੁਹਾਨੂੰ ਲੱਗਦੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੀ ਕਹਿਣਗੇ, ਮੇਰੇ ਗੁਆਂਢੀ ਕਹਿਣਗੇ, ਕੀ ਫਰਕ ਪੈਂਦਾ। ਮੈਂ ਅੱਜ ਸਵੇਰੇ ਕਰਾਇਆ ਆਪਣਾ, ਮੈਂ ਅੱਜ ਤੋਂ ਕੋਈ 15-20 ਦਿਨ ਪਹਿਲਾਂ ਉਦੋਂ ਵੀ ਕਰਾਇਆ ਸੀ। ਤਾਂ ਕੀ ਹੈ, ਕਰਾ ਲਓ, ਇਹ ਤਾਂ ਕੁਝ ਵੀ ਨਹੀਂ ਹੈ। ਤਾਂ ਛੋਟਾ ਸਵਾਬ ਲੈਂਦੇ ਨੇ, ਸਵਾਬ ਲੈ ਕੇ ਟੈਸਟ ਕਰ ਦਿੰਦੇ ਨੇ, ਔਰ ਇਹ ਬਹੁਤ ਜ਼ਰੂਰੀ ਹੈ। ਮੈਂ ਅੱਜ ਕਰਾਇਆ, ਔਰ ਇਹਦੇ 'ਚ ਕੋਈ ਇਹੋ ਜਿਹੀ ਗੱਲ, ਇਹ ਫੀਲਿੰਗ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਕੀ ਕਹਿਣਗੇ ਲੋਕ ਅਗਰ ਮੈਂ ਟੈਸਟ ਕਰਾਵਾਂ। ਤਾਂ ਕੀ ਕਰਨਗੇ ਲੋਕ? ਕੁਝ ਵੀ ਨਹੀਂ ਕਹਿਣਗੇ। ਸਾਰੀ ਦੁਨੀਆ ਕਰਾ ਰਹੀ ਹੈ, ਸਾਰੇ ਉਰੇ ਨਹੀਂ ਹਿੰਦੁਸਤਾਨ, ਸਾਰੀ ਦੁਨੀਆ ਦੇ ਵਿੱਚ ਇਹ ਹੋ ਰਿਹਾ ਟੈਸਟਿੰਗ। ਤਾਂ ਅਗਰ ਤੁਸੀਂ ਆਪਣਾ ਕਰਾ ਲਓ ਤਾਂ ਕੀ ਵੱਡੀ ਗੱਲ ਹੈ। ਤਾਂ ਸਮਾਜ ਵਾਸਤੇ ਅੱਛਾ ਹੈ, ਤੁਹਾਡੇ ਪਰਿਵਾਰ ਵਾਸਤੇ ਠੀਕ ਹੈ, ਤੁਹਾਡੇ ਗੁਆਂਢ ਵਾਸਤੇ ਠੀਕ ਹੈ। ਅਤੇ ਤੁਸੀਂ ਕਰਾਓ, ਮੈਂ ਕਰਾਉਣਾ। ਮੈंने ਸਾਰੇ ਜੋ ਇੱਥੇ ਘਰ 'ਚ ਨੇ ਸਾਰਿਆਂ ਦੇ ਮੈਂ ਟੈਸਟ ਕਰਵਾਏ ਨੇ। ਅੱਜ ਕੀ ਗੱਲ ਹੈ ਵਿੱਚ। ਦੂਸਰਾ, ਮੈਂ ਅੱਜ ਇਹ ਵੀ ਬੇਨਤੀ ਕਰਦਾ ਸਾਡੇ ਧਾਰਮਿਕ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਮੁਖੀਆਂ ਨੂੰ ਕਿ ਤੁਸੀਂ ਵੀ ਆਪਣੇ ਤੌਰ 'ਤੇ ਆਪਣੇ ਟੈਸਟ ਵੀ ਕਰਾ ਲਓ, ਔਰ ਤੁਸੀਂ ਸਾਰੀ ਆਪਣੀ ਸੰਗਤ ਨੂੰ ਵੀ ਕਹੋ ਕਿ ਟੈਸਟਿੰਗ ਕਰਾਉਣ। ਇਹ ਆਪਣੇ ਪਿੰਡਾਂ ਨੂੰ ਬਚਾਉਣਾ, ਆਪਣੇ ਸੰਗਤ ਜਦ ਬਹਿੰਦੀ ਹੈ ਉਹਨਾਂ ਨੂੰ ਇੱਕ ਦੂਜੇ ਨੂੰ ਬਚਾਉਣਾ, ਇਹ ਜ਼ਰੂਰੀ ਹੈ। ਅੱਜ ਮੈਨੂੰ ਕੁਝ ਕਦਮ, ਜੈਸੇ ਮੈਂ ਤੁਹਾਨੂੰ ਕਿਹਾ, ਮੈਨੂੰ ਚੱਕਣੇ ਪੈਣਗੇ। ਇੱਕ ਸਾਡਾ ਸਰਚ ਕਿਉਂਕਿ ਆਉਣ ਵਾਲਾ ਹੈ ਕੁਝ ਹਫ਼ਤਿਆਂ ਦੇ ਵਿੱਚ, ਸਾਨੂੰ ਇਹਦੇ ਵਾਸਤੇ ਹੁਣ ਤਿਆਰੀ ਕਰਨੀ ਪਊ। ਆਹੀ ਤਿਆਰੀ ਜੋ ਮੈਂ ਤੁਹਾਨੂੰ ਅੱਜ ਦੱਸੀ ਹੈ। ਵੱਡੇ ਜਿਹੜੇ ਸ਼ਹਿਰ ਨੇ ਸਾਡੇ, ਉਹਨਾਂ ਦੇ ਵਿੱਚ ਅਸੀਂ ਇਹਨੂੰ ਸੈਕਟਰ 'ਚ ਅਸੀਂ ਵੰਡ ਰਹੇ ਹਾਂ, ਔਰ ਇੱਕ ਨੋਡਲ ਅਫਸਰ ਲਗਾ ਰਹੇ ਹਾਂ ਇੱਕ ਸੈਕਟਰ ਦੇ ਵਿੱਚ, ਜਿਹੜੀ ਆਪਣੇ ਹੈਲਥ ਟੀਮਸ ਦੇ ਨਾਲ ਉਹਨਾਂ ਦੀ ਅਸਿਸਟੈਂਟ ਕਰਕੇ ਉਹਨਾਂ ਦੀ ਇਹ ਚੈਕਿੰਗ ਵਗੈਰਾ ਕਰੂਗੀ। ਤੁਸੀਂ ਉਹ ਨੋਡਲ ਅਫਸਰ ਨੂੰ ਸੰਪਰਕ ਕਰਨਾ ਜਿੱਥੇ ਤੁਸੀਂ ਕੋਈ ਟੈਸਟਿੰਗ ਵਗੈਰਾ ਕਰਾਉਣੀ ਹੋਏ। ਰਾਤ ਦੀ ਕਰਫਿਊ ਇਹ ਜ਼ਿਆਦਾ ਹੁੰਦਾ ਹੈ, ਕੰਮ ਦਫ਼ਤਰਾਂ ਵਗੈਰਾ ਵਿੱਚ ਤਾਂ ਹੁੰਦਾ ਹੀ ਹੈ, ਲੇਕਿਨ ਉਹਦੇ ਵਾਸਤੇ ਤਾਂ ਤੁਸੀਂ ਮਾਸਕ ਪਾ ਕੇ ਦੇਖ ਰਹੇ ਹੋ। ਲੇਕਿਨ ਸੋਸ਼ਲ ਡਿਸਟੈਂਸਿੰਗ ਔਰ ਸੋਸ਼ਲਾਈਜ਼ਿੰਗ ਜਿਹੜੀ ਹੁੰਦੀ ਹੈ, ਘਰਾਂ ਨੂੰ ਸ਼ਾਮ ਨੂੰ ਇੱਕ ਦੂਜੇ ਦੇ ਵਿੱਚ, ਘਰਾਂ ਦੇ ਵਿੱਚ ਜਾਣਾ, ਗੁਆਂਢ ਦੇ ਵਿੱਚ ਦੋਸਤਾਂ ਨੂੰ ਮਿਲਣਾ, ਸਾਰਿਆਂ ਦੀ ਆਦਤ ਹੈ। ਲੇਕਿਨ ਔਰ ਮੈਂ ਇਹ ਵੀ ਚਾਹੁੰਦਾ ਕਿ ਤੁਸੀਂ ਇਹ ਕਰਦੇ ਰਹੋ, ਕਿਉਂਕਿ ਇਹ ਤਾਂ ਨਹੀਂ ਸਦਾ ਵਾਸਤੇ ਕੋਈ ਘਰ 'ਚ ਬਹਿ ਕੇ ਪੈ ਸਕਦਾ ਬੰਦੇ ਨੂੰ। ਲੇਕਿਨ ਇਹ ਔਖੀ ਘੜੀ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਊ ਕਿ ਇਹਦੇ ਨਾਲ ਆਪਣੀ ਬਿਮਾਰੀ ਵੱਧ ਸਕਦੀ ਹੈ। ਇਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਸਾਡੇ, ਉਹਨਾਂ ਦੇ ਵਿੱਚ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਸਵੇਰ ਤੱਕ ਮੈਂ ਕਰਫਿਊ ਲਗਵਾ ਰਿਹਾ। ਇੱਥੇ ਨਾਈਟ ਕਰਫਿਊ ਹੋਏਗੀ, ਔਰ ਕੋਈ ਸਿਰਫ ਇੰਡਸਟਰੀ ਨੂੰ ਛੱਡ ਕੇ ਬਾਕੀ ਕੋਈ ਇੱਥੇ ਇੱਕ ਦੂਜੇ ਨੂੰ ਬਾਹਰ ਤੁਸੀਂ ਜਾ ਨਹੀਂ ਸਕੋਗੇ 9 ਵਜੇ ਤੋਂ 5 ਵਜੇ ਤੱਕ, ਤਾਂ ਕਿ ਸੋਸ਼ਲਾਈਜ਼ਿੰਗ ਨੂੰ ਅਸੀਂ ਥੋੜ੍ਹੀ ਘਟਾਈਏ। ਦੂਸਰੀ, ਜਦੋਂ ਤਾਈਂ ਤੁਹਾਨੂੰ ਬੜੀ ਲੋੜ ਨਾ ਪਵੇ ਕਿ ਮੈਂ ਜਾਣਾ ਹੈ ਕਿਤੇ, ਡਾਕਟਰ ਕੋਲ ਜਾਣਾ ਹੈ, ਕੋਈ ਦਫ਼ਤਰ ਦੇ ਵਿੱਚ ਮੇਰਾ ਕੰਮ ਹੈ, ਘਰ 'ਚ ਰਹੋ, ਘਰ ਤੋਂ ਬਾਹਰ ਨਾ ਜਾਓ, ਨਿਕਲੋ। ਤੁਸੀਂ ਐਸੈਂਸ਼ੀਅਲ ਸਰਵਿਸਿਜ਼ ਕੋਈ ਕਿਸੇ, ਜੈਸੇ ਮੈंने ਕਿਹਾ, ਉੱਥੇ ਜਾਣਾ ਹੋਏ ਤੁਸੀਂ ਸ਼ੌਕ ਨਾਲ ਜਾਓ, ਲੇਕਿਨ ਇਹ ਜ਼ਰੂਰ ਕਰੋ। ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਇਹ ਇਸ ਵੇਲੇ ਰੱਖ ਰਹੇ ਅਸੀਂ ਲੁਧਿਆਣੇ, ਪਟਿਆਲੇ ਅਤੇ ਜਲੰਧਰ ਦੇ ਵਿੱਚ। ਇੱਥੇ ਜ਼ਿਆਦਾ ਕੇਸਿਸ ਹੋਏ ਨੇ। ਅੰਮ੍ਰਿਤਸਰ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ, ਜੋ ਮੈਂ ਗੱਲਾਂ ਦੱਸ ਰਿਹਾ ਉਹ ਕੰਟਰੋਲ ਕਰ ਗਿਆ, ਤਾਂ ਉਹ ਡਾਊਨ ਆ ਗਿਆ ਅੰਮ੍ਰਿਤਸਰ ਦਾ। ਤਾਂ ਅੰਮ੍ਰਿਤਸਰ ਨੂੰ ਇਸ ਵੇਲੇ ਅਸੀਂ ਇਹਦੇ ਸ਼ਾਮਲ ਨਹੀਂ ਕਰ ਰਹੇ। ਆਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਘਰ 'ਚ ਰਹਿਣਾ, ਇਹ ਇਸ ਵੇਲੇ ਹੈ ਲੁਧਿਆਣਾ, ਪਟਿਆਲਾ ਅਤੇ ਜਲੰਧਰ, ਔਰ ਖਾਸ ਕਰਕੇ ਸ਼ਨੀਚਰਵਾਰ ਔਰ ਐਤਵਾਰ ਨੂੰ। ਔਰ ਇੱਕ 2 ਹਫ਼ਤਿਆਂ ਦੇ ਬਾਅਦ ਅਸੀਂ ਇਹਨੂੰ ਰਿਵਿਊ ਕਰਾਂਗੇ, ਲੇਕਿਨ ਖਾਸ ਕਰਕੇ ਇਹ ਸੋਸ਼ਲਾਈਜ਼ਿੰਗ ਕੰਮ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਔਰ ਤੁਸੀਂ ਆਪ ਦੇਖੋਗੇ ਕਿ ਜਿਹੜੇ ਹੁਣ ਆંકੜੇ ਵੱਧ ਰਹੇ ਨੇ ਆਪਣੇ ਸ਼ਹਿਰਾਂ ਦੇ ਵਿੱਚ, ਉਹ ਘਟਣ ਲੱਗ ਜਾਣਗੇ। ਜਿਹੜੇ ਮੈਰਿਜ ਪੈਲੇਸ ਨੇ, ਰੈਸਟੋਰੈਂਟ ਨੇ, ਦਫ਼ਤਰ ਨੇ, ਜਿੱਥੇ 10 ਬੰਦੇ ਤੋਂ ਜ਼ਿਆਦਾ ਹੋਣ, ਇੱਕ ਕੋਵਿਡ ਮੋਨੀਟਰ ਅਸੀਂ ਅਪੁਆਇੰਟ ਕਰਾ ਰਹੇ ਹਾਂ। ਤੁਸੀਂ ਇੱਕ ਬੰਦਾ ਆਪਣਾ ਮੋਨੀਟਰ ਬਣਾ ਲਓ, ਜੋ ਡੇਲੀ ਇਹਦੇ 'ਚ ਦੇਖੇ ਕਿ ਕਿੰਨੇ ਬੰਦੇ ਆਏ, ਕੀ ਹੈ, ਉਹਨਾਂ ਨੂੰ ਮਾਸਕ ਪਾ ਰਹੇ ਨੇ ਜਾਂ ਨਹੀਂ ਪਾ ਰਹੇ, ਸੋਸ਼ਲ ਡਿਸਟੈਂਸਿੰਗ ਰੱਖਣੇ, ਸੈਨੀਟਾਈਜੇਸ਼ਨ ਰੱਖਣੇ, ਉਹਦਾ ਮਤਲਬ ਹੱਥ ਧੋਣਾ। ਐਂਡ ਸਾਡੀ ਟੀਮਾਂ ਜਾਣਗੀਆਂ ਔਰ ਜਾ ਕੇ ਜ਼ਰੂਰ ਉੱਥੇ ਜਾ ਕੇ ਸਾਰਿਆਂ ਨੂੰ ਚੈੱਕ ਕਰਨਗੀਆਂ ਕਿ ਉੱਥੇ, ਔਰ ਅਗਰ ਤੁਸੀਂ ਨਹੀਂ ਕੀਤਾ ਤਾਂ ਫਿਰ ਸਾਨੂੰ ਪੀਨਲਾਈਜ਼ ਕਰਨਾ ਪੜੇਗਾ, ਚਲਾਨ ਕਰਨੇ ਪੈਣਗੇ। ਮੈਨੂੰ ਅੱਛਾ ਨਹੀਂ ਲੱਗਦਾ ਚਲਾਨ ਕਰਨਾ ਪੈਂਦਾ, ਪਰ ਦੇਖ ਲਓ, ਆਹ ਦੇਖੋ, ਇਹ ਪਹਿਲਾ ਦਿਨ ਹੈ ਮੇਰਾ ਖਿਆਲ ਅੱਜ, ਜਿੱਥੇ ਮੇਰੇ ਕੋਲ ਜੋ ਆંકੜੇ ਆਏ ਨੇ ਕਿ 4000 ਤੋਂ ਘੱਟ ਚਲਾਨ ਹੋਏ ਨੇ ਇਹ ਮਾਸਕ ਦੇ। ਨਹੀਂ ਤਾਂ 4 ਤੋਂ 6000 ਦੇ ਦਰਮਿਆਨ ਰੋਜ਼ ਹੋ ਰਹੇ ਨੇ, ਮਾਰਚ ਤੋਂ ਲੈ ਕੇ ਅੱਜ ਤੱਕ। ਔਰ ਹੁਣ ਐਤਕੀ ਮੇਰਾ 3000 ਕੁਛ ਸੇ ਸਵੇਰ ਦੇ ਵੇਲੇ।
तो ये अच्छी गल है, लोग हुण मनन लग गए ने गल और समझन लग गए ने कि बीमारी की चीज़ है। अच्छा, ਜਿਹੜੇ ਲੋਕ ਨੇ ਜਿਹੜੇ ਹਾਈ ਸੋਸ਼ਲ ਕੰਟੈਕਟ ਹੈ, ਜਿਹੜਾ ਮਤਲਬ ਲੋਕਾਂ ਨੂੰ ਮਿਲਵਰਤਨ ਜ਼ਿਆਦਾ ਰੱਖਦੇ ਨੇ, ਚਾਹੇ ਕੋਈ ਦੁਕਾਨਦਾਰ ਵਾਲੇ ਹੋਣ ਜਾਂ ਜੋ ਹੋਰ ਤੁਹਾਡੇ ਪੁਲਿਸ ਵਾਲੇ ਹੋਣ ਜਾਂ ਕੋਈ ਹੋਰ ਮਹਿਕਮੇ ਦੇ ਬੰਦੇ ਹੋਣ ਜਿਨ੍ਹਾਂ ਨਾਲ ਸੰਪਰਕ ਜੁੜਦਾ ਰੋਜ਼ ਹੀ ਲੋਕਾਂ ਦਾ, ਉਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਅਸੀਂ ਹੁਣ ਅਗਲੀ ਇੱਕ ਹਫ਼ਤੇ 'ਚ ਟੈਸਟਿੰਗ ਪੂਰੀ ਕਰਾ ਦਾਂਗੇ। ਤੁਸੀਂ ਬੜੇ ਔਖੀ ਘੜੀ ਦੇ ਵਿੱਚੋਂ ਗੁਜ਼ਰੇ ਆ ਸਾਰੇ ਹੀ, ਆਪਾਂ ਤੁਸੀਂ ਮੈਂ ਸਾਰੇ ਹੀ। ਮੈਂ ਪਰ ਥੋੜ੍ਹਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਆਖੇ ਲਾ ਕੇ ਇਹ ਆਪਣੇ ਆਪ ਨੂੰ ਇਸ ਜੋ ਅਸੀਂ ਦੱਸਦੇ ਹਾਂ ਸਰਕਾਰ ਵੱਲੋਂ ਉਹ ਕਦਮ ਤੁਸੀਂ ਚੱਕੇ ਨੇ, ਜਿਹਦੇ ਕਰਕੇ ਤੁਸੀਂ ਵੀ ਬਚੇ ਹੋ ਔਰ ਤੁਹਾਡੇ ਨਾਲ ਦੇ ਵੀ ਬਚੇ ਨੇ। ਔਰ ਮੈਂ ਹੁਣ ਇੱਕ ਵਾਰ ਫੇਰ ਬੇਨਤੀ ਕਰਦਾ, ਜਿਹੜੇ ਇਸ ਕੰਮ 'ਚ ਥੋੜ੍ਹੇ ਅਣਗਹਿਲੀ ਕਰਦੇ ਨੇ ਉਹ ਤੁਸੀਂ ਮੇਰੀ ਗੱਲ ਮੰਨੋ ਔਰ ਆਪਾਂ ਆਪਣੇ ਪੰਜਾਬ ਪਰਿਵਾਰ ਨੂੰ ਔਰ ਆਪਣੇ ਸ਼ਹਿਰ ਨੂੰ ਔਰ ਆਪਣੇ ਮੁਹੱਲੇ ਨੂੰ ਸਾਰਿਆਂ ਨੂੰ ਆਪਾਂ ਬਚਾਈਏ। ਇੱਕ ਤੁਹਾਨੂੰ ਖੁਸ਼ੀ ਹੋਏਗੀ ਕਿ ਅਸੀਂ ਟੈਸਟਿੰਗ ਵਧਾ ਰਹੇ ਹਾਂ। 4 ਟੈਸਟਿੰਗ ਫੈਸਿਲਿਟੀਜ਼ ਅਸੀਂ ਨਵੀਂ ਕਰ ਦਿੱਤੀਆਂ, ਜਲੰਧਰ, ਲੁਧਿਆਣਾ, ਖਰੜ ਅਤੇ ਮੋਹਾਲੀ। ਇਸ ਵੇਲੇ ਸਾਡਾ 1300 ਟੈਸਟ ਹੈ। ਜਦ ਸ਼ੁਰੂ ਹੋਇਆ ਸੀ ਮਾਰਚ ਵਿੱਚ ਅਸੀਂ 200 ਸੀ, ਹੁਣ 13000 ਟੈਸਟ ਹੈ ਅਸੀਂ ਸਾਡਾ 13000 ਟੈਸਟ ਅੱਜ, ਔਰ ਇਸ ਮਹੀਨੇ ਦੇ ਅਖੀਰ ਤੱਕ ਅਸੀਂ ਇਸ 13000 ਨੂੰ 20000 ਪਹੁੰਚਾ ਦੇਣਾ। ਤੋ ਤੁਹਾਡੇ ਕੋਲ ਟੈਸਟਿੰਗ ਅਸੀਂ ਕਮੀ ਨਹੀਂ ਕੋਈ ਰਹਿਣ ਦੇਣੀ, ਇਹ ਰੱਖਾਂਗੇ। ਔਰ ਇਸੇ ਪਲਾਜ਼ਮਾ ਬੈਂਕ ਵੀ ਅਸੀਂ ਇਸ ਨੂੰ ਰੱਖ ਰਹੇ ਹਾਂ। ਇਸ ਵੇਲੇ ਪਲਾਜ਼ਮਾ ਬੈਂਕ ਸਾਡਾ ਪਟਿਆਲਾ ਬੈਂਕ ਪਹਿਲਾਂ ਸ਼ੁਰੂ ਹੋ ਗਿਆ ਸੀ, ਹੁਣ ਅੰਮ੍ਰਿਤਸਰ ਅਤੇ ਫਰੀਦਕੋਟ ਸ਼ੁਰੂ ਹੋ ਰਿਹਾ, ਤਾਂ ਕਿ ਇਸ ਨੂੰ ਅਸੀਂ ਕਵਰ ਸਾਰੇ ਪੰਜਾਬ ਨੂੰ ਕਰ ਸਕੀਏ। ਔਰ ਜਿਹੜੇ ਅੱਜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਨੂੰ ਇੱਕ ਵਾਰ ਬਿਮਾਰੀ ਹੋ ਗਈ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਹੁਣ ਠੀਕ ਹੋ ਔਰ ਠੀਕ ਰਹੋ, ਤੁਹਾਡੇ ਪਰਿਵਾਰ ਵੀ ਸੁਖੀ ਰਹਿਣ। ਲੇਕਿਨ ਤੁਸੀਂ ਸਮਾਜ ਵਾਸਤੇ ਇੱਕ ਗੱਲ ਕਰ ਸਕਦੇ ਹੋ, ਬਾਕੀ ਆਪਣੇ ਸਾਥੀ ਪੰਜਾਬੀਆਂ ਵਾਸਤੇ ਤੁਸੀਂ ਆਪਣੀ ਖੂਨ ਪਲਾਜ਼ਮਾ ਜਾ ਕੇ ਇਹ ਬੈਂਕਾਂ ਦੇ ਵਿੱਚ ਦਿਓ, ਕਿਉਂਕਿ ਸਾਨੂੰ ਲੋੜ ਪੈਂਦੀ ਰਹਿੰਦੀ ਹੈ ਡਾਕਟਰਸ ਨੂੰ। ਔਰ ਅਗਰ ਤੁਸੀਂ ਦਿਓਗੇ ਬੈਂਕ ਸਟੋਰ ਹੋ ਜਾਣਗੇ, ਔਰ ਜਦੋਂ ਕੋਈ ਇਹੋ ਜਿਹਾ ਬਿਮਾਰੀ ਦਾ ਕੋਈ ਸਰਜ ਆਏਗਾ ਉੱਥੇ ਸ਼ਾਇਦ ਉਹ ਡਾਕਟਰ ਉਸ ਨੂੰ ਇਸਤੇਮਾਲ ਕਰ ਸਕਣ। ਇਹ ਮੇਰੀ ਆਪ ਨੂੰ ਬੇਨਤੀ ਹੈ। ਹੁਣ ਤੁਹਾਡੇ ਜੈਸੇ ਹਰ ਮਹੀਨੇ ਹਰ ਹਫ਼ਤੇ ਮੈਂ ਸਵਾਲ ਤੁਹਾਡੇ ਲੈਣਾ। ਮੈਂ ਹੁਣ ਤੁਹਾਡੇ ਸਵਾਲ ਦੇਖਾਂਗਾ। ਤੁਸੀਂ ਚਚਰਾੜੀ ਜਗਰਾਉਂ ਤੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੇ ਬੜੇ ਨਸ਼ੇ ਦੇ ਮਸਲਾ ਹੈ, ਅਤੇ ਸ਼ਰਨਜੀਤ ਸਿੰਘ ਲਿਖਦੇ ਨੇ ਜਗਰਾਉਂ ਤੋਂ। ਸ਼ਰਨਜੀਤ, ਇਹ ਮਸਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੀ ਜਿਹੜੀ STF ਹੈ, ਸਪੈਸ਼ਲ ਟਾਸਕ ਫੋਰਸ, ਹਰਪ੍ਰੀਤ ਸਿੱਧੂ ਜੀ ਸਾਡੇ ਸੀਨੀਅਰ ਅਫਸਰ ਨੇ ADGP, ਉਹਨਾਂ ਦੇ ਅਧੀਨ ਉਹ ਸਾਰੇ ਕਿਤੇ ਪੰਜਾਬ 'ਚ ਬੜੇ ਚੌਕਸ ਨੇ, ਉਹਨਾਂ ਦੇ ਬੰਦੇ ਸਾਰੇ ਲੱਗੇ ਹੋਏ ਨੇ। ਅਗਰ ਇਹ ਉਹਨਾਂ ਨੂੰ ਮੈਂ ਤੁਹਾਡੇ ਇਹ ਦੱਸੂਗਾ ਤਾਂ ਕਿ ਤੁਹਾਡੇ ਇੱਥੇ ਬਿਲਕੁਲ ਪੜਤਾਲ ਕਰਨ ਉਹਨੂੰ ਬਦਮਾਸ਼ੀ ਕਰ ਰਹੇ ਇੱਥੇ ਪਿੰਡ 'ਚ। ਅਸੀਂ ਇਹ ਨਹੀਂ ਹੋਣ ਦੇਣੀ ਕਿ ਕਿਸੇ ਪਿੰਡ ਦੇ ਵਿੱਚ ਖੁੱਲ੍ਹਮ ਖੁੱਲ੍ਹਾ ਇਹ ਲੋਕ ਕਰਨ ਲੱਗ ਜਾਣ। ਬਹੁਤ ਲੋਕ ਅਸੀਂ ਫੜੇ ਨੇ ਔਰ ਅਸੀਂ ਛੱਡਣਾ ਨਹੀਂ ਅਗਰ ਇਹੋ ਜਿਹੀ ਗੱਲ ਕਰਦੇ ਰਹਿਣ। ਸਨੀ ਪਦਮ ਜੀ ਭੋਗਪੁਰ ਤੋਂ ਕਹਿੰਦੇ ਨੇ ਕਿ ਸਾਡਾ ਇੱਕ ਪੁਲ ਦੀ ਲੋੜ ਹੈ। ਉਹ ਅਸੀਂ ਮੈਨੂੰ ਪਤਾ ਹੈ ਤੁਹਾਡੇ ਪੁਲ ਦੀ ਲੋੜ, ਇਹਦੇ 'ਚ ਕੋਈ ਟੈਕਨੀਕਲ ਹੈ ਪ੍ਰੋਬਲਮ ਸੀਆਂ, ਉਹ ਟੈਕਨੀਕਲ ਪ੍ਰੋਬਲਮ ਅਸੀਂ ਹੁਣ ਰਿਜ਼ੋਲਵ ਕਰ ਰਹੇ ਹਾਂ। ਸਾਡੇ ਟੈਕਨੀਕਲ ਐਡਵਾਈਜ਼ਰ ਜਾ ਚੁੱਕੇ ਨੇ ਔਰ ਇਹ ਅਗਲੇ ਸਾਲ ਤੱਕ ਇਹ ਪੁਲ ਤੁਹਾਡਾ ਅਸੀਂ ਬਣਾ ਕੇ ਦੇਵਾਂਗੇ। ਕੁਛ ਉਹਦੇ 'ਚ ਟੈਕਨੀਕਲ ਘਾਟ ਹੈ, ਉਹ ਹੁਣ ਇਹ ਸਾਡੇ ਐਡਵਾਈਜ਼ਰ ਜਾ ਕੇ ਇਹ ਦੇਖਣਗੇ, ਸਾਡੇ ਟੈਕਨੀਕਲ ਐਡਵਾਈਜ਼ਰ। ਔਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਮਰਜ਼ੀ ਕਰਨਾ ਹੈ ਪਰ ਅਗਲੇ ਸਾਲ ਤੱਕ ਇਹ ਖਤਮ ਕਰਨਾ ਪਊਗਾ ਤੁਹਾਨੂੰ। ਗੁਰਜੀਤ ਸੈਣੀ ਜੀ ਗੁਰਦਾਸਪੁਰ ਤੋਂ ਕਿ ਕਈ ਬੱਸਾਂ ਆਉਂਦੀਆਂ ਨੇ UP ਤੋਂ, ਇਹਨਾਂ ਦੇ ਵਿੱਚ ਕੋਵਿਡ ਵੱਧਦਾ ਹੈ, ਤੁਸੀਂ ਐਕਸ਼ਨ ਲਓ। ਜਿਹੜੀਆਂ ਬੱਸ ਆਉਂਦੀਆਂ ਨੇ ਬੱਸਾਂ ਅਸੀਂ ਐਕਸ਼ਨ ਲੈਂਦੇ ਹਾਂ, ਇਹਨੂੰ ਅਸੀਂ ਟਰੇਸਿੰਗ ਕਹਿੰਦੇ ਹਾਂ। ਟਰੇਸਿੰਗ ਜਿੱਥੇ ਹੁੰਦੀ ਹੈ ਜਦੋਂ ਕੋਈ ਬੰਦਾ ਨਿਕਲ ਕੇ ਬਗੈਰ ਜਾਏ ਆਪਣੇ ਜਿੱਥੇ ਉੱਥੇ ਟੈਸਟਿੰਗ ਸਾਡੇ ਕਰਵਾਏ ਬਗੈਰ ਉਹ ਚਲਾ ਜਾਏ ਕਿਸੇ ਹੋਰ ਪਿੰਡ, ਆਪਣੇ ਪਿੰਡ 'ਚ ਜਾਂ ਕਿਸੇ ਹੋਰ ਪਿੰਡ 'ਚ, ਫਿਰ ਉਹਨੂੰ ਅਸੀਂ ਟਰੇਸ ਕਰਦੇ ਹਾਂ। ਟਰੇਸ ਕਰਕੇ ਮੇਰਾ ਖਿਆਲ ਅਸੀਂ ਕੋਈ 30,000 ਬੰਦਾ ਟਰੇਸ ਕਰ ਚੁੱਕੇ ਹਾਂ। ਔਰ ਉਹਦੇ ਵਿੱਚੋਂ ਇਹ ਹੈਰਾਨੀ ਹੋਏਗੀ ਤੁਹਾਨੂੰ ਸੁਣ ਕੇ ਕਿ 6000 ਬੰਦੇ ਪੋਜ਼ੀਟਿਵ ਨਿਕਲੇ। ਹੁਣ ਇਹ ਸਮਝ ਲਓ ਕਿ ਉਹਨਾਂ ਨੇ ਕਿੰਨੇ ਅੱਗੇ ਲੋਕਾਂ ਨੂੰ ਇਹ ਦਿੱਤਾ ਹੋਣਾ। ਤੋ ਇਸ ਕਰਕੇ ਮੈਂ ਇਹ ਤੁਹਾਡੀ ਗੱਲ ਮੈਂ ਸਮਝਦਾ ਠੀਕ ਹੈ ਔਰ ਇਹਦਾ ਕੋਈ ਹੱਲ ਕੱਢਾਂਗੇ ਕਿ ਜਿਹੜੇ ਬੱਸ ਆ ਰਹੇ ਨੇ UP ਵਗੈਰਾ ਤੋਂ ਕਿ ਕੈਸੇ ਲੋਕਾਂ ਦਾ ਹੋਰ ਉਸੇ ਪ੍ਰਬੰਧ ਕੀਤੇ ਜਾਏ ਕਿ ਮੌਕੇ 'ਤੇ ਹੀ ਅਸੀਂ ਟੈਸਟਿੰਗ ਇਹਨਾਂ ਦੀ ਕਰਾ ਦਈਏ। ਪਹਿਲਾਂ
सानू साढ़े कोल इन्नी टैसटिंग का प्रबंध नहीं सी। हुण असीं 20,000 ते पहुँचण लगे हैं और मेरा ख्याल हुण असीं कर सकांगे इसनूं। तुसीं ये भी पुछिआ टैसटिंग कैपेबिलिटी, मैं तुहानूं दसदी कि साढ़े तां एक समय ते 200 टैसट हुंदे सी दिन च, हुण असीं 20,000 ते पहुँचांगे इस महीने के अखीर च और इसनूं अगे वधावांगे। और असीं मेरा ख्याल अपनी आबादी के लिहाज नाल साड़ी 30 करोड़ 20 लाख आबादी है, उसके लिहाज नाल साड़ी टैसटिंग अज तकरीबन ही नंबर 1 ते होनी है। होर बड़े बड़े सूबे ने जिथे टैसटिंग के नंबर ज़्यादा लगते हैं, लेकिन उन्होंने आबादी तो साथों 10 गुणा ज़्यादा है, यूपी वर्गे सूबे। सो उस करके साड़ी पॉपूलेशन के लिहाज नाल आबादी के लिहाज नाल असी काफ़ी उपर हैं इस वे। इक्के मैं मनु तिवाड़ी तो क्या तरन तारण तो लिखते हैं और मैनू समझ नहीं आती कि क्यों तुसीं इन्ने क्यों तुसीं घबराए हुए हो, क्योंकि ये मैनू बिल्कुल थोड़ा सवाल अच्छा नहीं लगता। मैं लेकिन मैं दे रहा अज, क्योंकि मैं समझदा कि थोड़ा समझना चाहिए कि गलत गल तुसीं कह रहे हो। तुसीं कह रहे हो कि मैं जहर पीण नूं तैयार है, आ जिहड़ी शराब हुई है उत्थे तरन तारण दे विच, अगर मेरे परिवार नूं 5 लाख रुपया मिल सके। ये कोई गल है करन दी? दसो। बच्चे ने थोड़ी फैमिली है, थोड़े गुआढ़ी, थोड़े रिश्तेदार ने, ये कौन है जी गल सोचता है? जिथे तक थोड़ा सवाल है थोड़ी सपोर्ट का, ये तुसीं रूरल फार्मेसी विच कॉन्ट्रैक्ट एम्पलॉय है। कॉन्ट्रैक्ट एम्पलॉय साढ़े 42,000 ने पंजाब च, और मैं एक कैबिनेट सब कमेटी बनाई हुई है देखण नूं कि जिहड़े 42,000 साढ़े कॉन्ट्रैक्ट साढ़े मुलाजम ने उन्होंने असी पक्का कैसे कर सकीए। तो आ गल कढ़ो अपने दिमाग के विचों। ये लोग जिहड़े मरे ने, बहुत अफसोस, जिहड़े लोग मरे ने और 5 लाख ले रहे ने, ये तो बेचारे बहुत ही गरीब बंदे से जिन्होंने एक गलत चीज़ पी है। और जिहड़े बंदे से असी फड़ ले सारे, किसी को नहीं असी छड्डांगे, बड़ा होए छोटा होए बचालना होए जो मर्जी होए, असी इहनूं एक नहीं छड्डदे। और इन्हों एक गल मैं तुहानूं दस देना, कोई परमानेंट जॉब असी सरकार दे विच नहीं दे रहे। ये तो असी उन्होंने मैं कहा सी उत्थे, और असी करांगे कि इन्हां परिवारां दे विचों एक बंदे नूं, क्योंकि जिहड़ा कमाउण वाला बंदा सी वो मर गया, तो एक बंदे नूं असी प्राइवेट सैक्टर दे विच किते ना किते नौकरी लैण दी असी उन्हां नूं देवांगे, लैके देवांगे। ये मैं कहा सी ताकि वो अपने परिवारां वास्ते कमा सके। कितनी देर चल जूगा 5 लाख रुपया? अगर 2-4 बच्चे ने उन्होंने पढ़ना है, उन्होंने रहना है, तो थोड़ी देर च मुक जाना काम। ये जरूरी है कि कोई कमाउण वाला होए, और ये मैं गल कही सी उत्थे, तो ये गल बिल्कुल नहीं करनी सी। तुसी एक होर मैनू पुछदे ने पिंडर सोमल जी, तुसी कह रहे हो कि तहसील दे विच कई लोग इत्थे सातों रिश्वत मंगते हैं। ये बीमारी है साढ़े पंजाब च, इनू मैं कढ़ना पऊगा सानू। और तुसी मैं थोड़ा चैक करवाना की हो रहा थोड़े उत्ते पिंड दे विच, और असी सख्ती नाल ये डील करांगे। लेकिन ये थोड़े कल्ले पिंड च नहीं, सारे पंजाब दे विच ही घुम्या ये चल रहा काम, और ये मैं बिल्कुल इसनूं नहीं होण देना इत्थे। और असी जिथे जिथे सानू कराना पऊगा, मैं विजिलेंस नूं कहूँगा, होरां नूं कहूँगा, असी सख्ती करांगे इस। ये परमप्रीत जी लुधियाने तो कि थोड़ी बस्ती जोधेवाल तो मत्तेवाड़ा फॉरेस्ट तक 156 पिंड ने 2 हल्कियां दे विच, लुधियाने ईस्ट ते सानेवाल। ये सड़क की बहुत रिपेयर खराब है। लिंक रोड होएगी, मैं जरूर ये लिंक रोड का चैक करांगा। लेकिन जिहड़ा एक हुण ताईं सानूं पता लग्या है कि लिंक रोड के 3 हिस्से ने, एक पासे का तैयार हो गया, तीसरे पासे का तैयार हो गया, विचारला एरिया रह गया, ਉਹਦੇ कोई सूएज की प्रॉब्लम है। वो पानी पता नहीं क्यों उत्थे आउंदा है, वो तो कहते पानी नहीं आता, पर वो नदी वो बन जाती है जिस तरीके नाल है। तो इस वेले साडी टीम लगी हुई है देखने नूं पहला कि क्यों इस सूएज का पानी कित्थों आउंदा है और इनू कैसे रोक सकते हैं। जैसे ही वो खत्म करके उन्होंने कोई पानी का रुख कोई होर बनाता, असी इन्नी सड़क नूं असी पूरी कर दांगे। जसविंदर बराड़ जी कोट सुखिया तो,
किसान कहते जी लुटे जाते ने, बनौटी खाद वगैरह और ये पेस्टिसाइड वगैरह ये बेचे जा रहे हैं। ये बड़ी देर तो ये गल चल रही है। ये इत्थे बनौटी बेचण वाले भी बड़े बदमाश ने। एक मैं थोनों दसना चाहुंदा, तुसीं एक गल तां ये करो, जब तुसीं कोई खरीददे हो ना, तुसीं बिल लो। जब तुसीं बिल लैंदे हो फिर कोई निकल नहीं सकदा इहदे विचों। बिल लैके इहदी पेमेंट करो। और यदि मैं हुण कहना अपने महकमे नूं कि अगले इस महीने पूरी पंजाब दे विच असीं ड्राइव करांगे कि एक मुहिम चलावांगे कि ये ਜਿਹੜੇ भी साडे सप्लायर ने उन्हां दी चैक होएगी, उन्हां दे खाद दी भी और उन्हां दे पेस्टिसाइड भी, कीड़ेमार दवाइयां दी भी। एक तुसीं मैनू पुछया वरिंदर कुमार जी ने कि मैं एक गड्डी खरीदी सी, मैं लोन लेता सीगा ये तो बैंक तो, फाजिलका बैंक, AU बैंक है, एक छोटा बैंक है नंबर, और एक करके हुण फिर मेरी क्योंकि गड्डी मेरी चक के लै गई। हुण साडे जिहड़ा तुसीं लोन लिता सीगा हरियाणे दे बैंक चों, पंजाब दा बैंक नहीं सी दे विचों नहीं लिता, तुसीं हरियाणे दा कोई बैंक दा इन्हां दा बैंक दा कोई ब्रांच सीगा ਉਹਦੇ ਵਿੱਚ ਤੁਸੀਂ ਲਿੱਤਾ। ਲੇਕਿन फिर भी थोड़े वास्ते ਅਸੀਂ ਇਹ ਚੈੱਕ ਕਰਾਂਗੇ ਇਸ ਬੈਂਕ ਤੋਂ ਜਿਹੜੇ ਪੰਜਾਬ ਦੇ ਵਿੱਚ ਬ੍ਰਾਂਚਸ ਨੇ ਕਿ ਇਹਦੇ ਥੋੜਾ ਇਹਦਾ कैसे हल ਅਸੀਂ ਕੱਢ ਸਕੀਏ। ਤੁਸੀਂ ਪੁੱਛਿਆ ਸੀ ਕਿ ਐਜੂਕੇਸ਼ਨ ਮਾਫੀਆ ਉਰੇ ਚੱਲ ਰਹੀ ਹੈ। ਟੀਚਰ ਨੇ ਰਤਿੰਦਰ ਜੱਲੂ ਜੀ ਕਿ ਸਾਥੋਂ ਲੋਕਾਂ ਤੋਂ ਪੂਰਾ ਪੈਸਾ ਲੈਂਦੇ ਨੇ ਔਰ ਸਾਨੂੰ ਬੜੀ ਘੱਟ ਤਨਖਾਹ ਦਿੰਦੇ ਨੇ। ਤੁਸੀਂ ਟੀਚ ਕਰਦੇ ਹੋ ਉੱਥੇ, और ये चैरिटेबल ट्रस्ट के विचों होनी चाहिए है या सेंट्रल गवर्नमेंट ट्रस्ट, पता नहीं की सिस्टम है, चाहे चैरिटेबल ट्रस्ट है चाहे है सेंट्रल गवर्नमेंट कोई होर किस्म का ट्रस्ट या कोई होर किस्म का इन्हां दी कोई बनाई होनी है कंपनी मैनू नहीं पता। लेकिन किसी को ये नहीं अधिकार कि थोड़ा अगर रखा होया कि टीचर नूं मिलूगा 10,000 और थोनों दिंदे ने 5,000, ये तो बिल्कुल ये ठगी है और ये नहीं असीं होण देनी। ये वास्ते एक ट्रिब्यूनल, स्पैशल ट्रिब्यूनल बनया होया, तुसीं अपनी कंप्लेंट लैके उत्थे जाओ। ये है सैक्टर 66 विच मोहाली दे विच, उत्थे फॉरेस्ट कॉम्पलैक्स बिल्डिंग है, उहदे विच साडे ट्रिब्यूनल दे हैड जिहड़े ने जस्टिस इंद्रजीत सिंह, ये रिटायर्ड ने हाई कोर्ट ते, ये थोड़ी गल सुनणगे और थोड़ा ये हल करनगे। ये तुसीं पुछिआ धर्मिंदर बजाज जी कि SBS नगर विच एक एलीवेटेड ब्रिज है जिहड़ा बड़ी देर तो पेंडिंग 300 मीटर के करीब पेंडिंग पे है, उसनूं कदों इहनूं खत्म किया जाऊगा। ये मैं तुहानूं दसना चाहुंदा कि ये NH 344 ये बंगा दे विच दी गल है। ये अनाउंस हो गया सी 27 जुलाई नूं। इहदे पैसे हुण पूरे आ गए ने, सब कुछ तैयार पे है और असी पेमेंट 31 अगस्त तक ये शुरुआत होनी चाहिए है बनने की। और मैं समझदा कि 15 सितंबर तो पहला ये सारा फुल स्विंग दे विच हो जाना और जल्दी ये बन जाना। लेकिन 31 अगस्त तक पैसे सारे पहुँच जाने ये वास्ते और सारा मटीरियल वगैरह। एक ये है पिंड प्रिंस पॉल जी पुछते हैं गुरदासपुर तो, वो तुसी कहा कि साडे पिंड दे पानी का मसला है और साडे सप्लाई कटी गई। ये तुसी दोनों थोड़े जेडे पिंड से ना, थोड़े दोनों नाल दे पिंड दोनों ने एक जुड़ी हुई एक स्कीम सी। हुण फिर ये थोड़ी मीटर वगैरह थोड़े मोटर वगैरह खराब हो गए और एक पिंड कहंदा मैं नहीं ये पाने पैंदे, दूजा कहंदा मैं नहीं पैसे पाने। फिर ये चालू नहीं हो रही सी क्योंकि थोड़े आपस का झगड़ा सी। वो हुण मैं डिप्टी कमिश्नर नूं कहता कि ये झगड़े बाद सुलझदे रहणगे, ये कल तो असी पानी थोड़ा चलाओगे। रचित बठिंडा जी, तुसी कह रहे हो कि SAD धरने वगैरह कर रही है सारे किते एल्कोहल इलिसिट बिजनेस से, वाई यू नॉट टेकिंग एक्शन अगेंस्ट सच पीपल। कोई भी गल हुंदी है कोई ना कोई इन्हां नूं मुद्दा चाहिदा है रौला पाउण वास्ते। रोज़ तुसीं देखदे नहीं अपने शो इसते इहदे विच जिहड़े फेसबुक आउंदे ने या अपने टैलीविजन के उपर ऐसे ही फजूल दे जाके इत्थे रौला पाउण लग जाण। इन्हां नूं पता की है इन्वेस्टिगेशन किन्नी हुई है, किन्ने बंदे पकड़े गए। ये होया सी कम शुरू जदों
22 ਮਾਰਚ ਨੂੰ ਲੋਕਡਾਊਨ ਹੋ ਗਿਆ ਸੀ, ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋ ਗਈਆਂ ਸੀ, ਤੁਹਾਡੇ L1 L2 ਸਾਰੇ ਬੰਦ ਹੋ ਗਏ ਸੀ। ਔਰ ਉਦੋਂ ਜਿਹੜੇ ਪੀਣ ਵਾਲੇ ਸੀ ਗਰੀਬ, ਉਹ ਫਿਰ ਆਪਣੀ ਲਾਹਣ ਵਗੈਰਾ ਆਪਣੀ ਕੱਢਣ ਲੱਗ ਗਏ ਸੀ ਉੱਥੋਂ। ਔਰ ਉਹ ਚੀਜ਼ ਫਿਰ ਵੱਧਦੀ ਗਈ ਔਰ ਅਸੀਂ ਫਿਰ ਉਹਦੇ 'ਤੇ ਇਹੋ ਜਿਹਾ ਠੱਪਾ ਮਾਰਿਆ। ਬਹੁਤ ਲੋਕ ਅਸੀਂ ਪੰਜਾਬ ਦੇ ਵਿੱਚ ਫੜੇ ਨੇ, ਲੇਕਿਨ ਇੱਥੇ ਇੱਕ ਬੰਦਾ ਸੀ ਜਿਹਨੇ ਆਪਣੇ ਮੋਗੇ ਤੋਂ ਬਣਵਾ ਕੇ ਇੱਥੇ ਆਪਣੇ ਮਾਝੇ ਦੇ ਏਰੀਆ 'ਚ ਇੱਥੇ ਨੁਕਸਾਨ ਕਰਤਾ, ਗੁਰਦਾਸਪੁਰ ਵਿੱਚ ਵੀ, ਅੰਮ੍ਰਿਤਸਰ ਵਿੱਚ ਵੀ, ਔਰ ਜ਼ਿਆਦਾਤਰ ਆਪਣੇ ਤਰਨਤਾਰਨ ਵਿੱਚ ਵੀ। ਇਹਦਾ ਮਤਲਬ ਇਹ ਨਹੀਂ ਕਿ ਅਗਰ ਅਕਾਲੀ ਦਲ ਕਹਿੰਦਾ ਹੈ ਕਿ ਤੁਸੀਂ ਐਕਸ਼ਨ ਨਹੀਂ ਲੈਂਦੇ ਕਿਸੇ ਦੇ ਖਿਲਾਫ, ਕੌਣ ਨਹੀਂ ਲੈਂਦਾ? ਉਹਨਾਂ ਨੂੰ ਕੀ ਪਤਾ ਹੈ ਕਿ ਕਿਹਨੂੰ ਅਸੀਂ ਫੜਿਆ ਕਿਹਨੂੰ ਨਹੀਂ ਫੜਿਆ? ਉਹ ਤਾਂ ਸਿਰਫ ਤੁਹਾਨੂੰ ਸੁਣਾਉਣਾ ਚਾਹੁੰਦੇ ਨੇ ਕਿ ਕਾਂਗਰਸ ਨਹੀਂ ਕਰ ਰਹੀ ਕੁਛ। ਇਹ ਗਲਤ ਬਾਤ ਹੈ। ਚਾਹੇ ਵੱਡਾ ਹੋਏ, ਚਾਹੇ ਛੋਟਾ ਹੋਏ, ਚਾਹੇ ਵਿਚਾਰਲਾ ਹੋਏ, ਚਾਹੇ ਅਫਸਰ ਹੋਏ, ਚਾਹੇ ਕੋਈ ਵੀ ਹੋਏ, ਕੋਈ ਨਹੀਂ ਇਹਦੇ 'ਚ ਬਖਸ਼ਿਆ ਜਾਊਗਾ। ਮੈਂ ਕਈ ਵਾਰ ਕਹਿ ਚੁੱਕੇ ਹਾਂ ਔਰ ਇਹੀ ਗੱਲ ਅਸੀਂ ਹੋ ਰਹੀ ਹੈ। ਅਸੀਂ ਬਹੁਤ ਲੋਕ ਅਸੀਂ ਫੜ ਚੁੱਕੇ ਹਾਂ ਉਹਨਾਂ ਨੂੰ, ਔਰ ਅਸੀਂ ਅੱਗੇ ਨੂੰ ਇਹਦੇ ਵਿੱਚ ਔਰ ਪਤਾ ਨਹੀਂ ਕਿੰਨੇ ਲੱਖਾਂ ਲੀਟਰ ਅਸੀਂ ਇਹ ਲਾਹਣ ਵਗੈਰਾ ਲੈ ਚੁੱਕੇ ਹਾਂ। ਇਹਦੇ 'ਚ ਕੋਈ ਸਾਨੂੰ ਇਹ ਗੱਲ ਬਿਲਕੁਲ ਨਾ ਤੁਸੀਂ ਸਮਝੋ, ਕਿਉਂਕਿ ਕੋਈ ਆਪੋਜੀਸ਼ਨ ਕਹਿ ਦੇ ਤੁਸੀਂ ਮੰਨ ਲਓ ਇਹ ਗੱਲ। ਮਨਦੀਪ ਜੀ, ਤੁਸੀਂ ਪੁੱਛ ਰਹੇ ਹੋ ਹੁਸ਼ਿਆਰਪੁਰ ਤੋਂ ਮਨਜੀਤ ਸਿੰਘ ਕਿ ਕਾਲਜ ਦੇ ਬੱਚਿਆਂ ਨੂੰ ਵੀ ਇਹ ਸਮਾਰਟਫੋਨ ਮਿਲਣਗੇ। ਜ਼ਰੂਰ ਮਿਲਣਗੇ। ਅਸੀਂ ਸਾਰਿਆਂ ਨੂੰ ਫੇਜ਼ ਆਊਟ ਕਰ ਰਹੇ ਹਾਂ। ਜਦੋਂ ਇੰਨੇ ਲੋਕਾਂ ਨੇ ਸਾਥੋਂ ਟੈਲੀਫੋਨ ਮੰਗੇ ਨੇ ਇਕੱਠੇ ਇੱਕ ਦਿਨ 'ਚ ਅਸੀਂ ਨਹੀਂ ਦੇ ਸਕਦੇ ਇੱਕ ਨੂੰ, ਤਾਂ ਅਸੀਂ ਪਹਿਲਾਂ ਕਿਹਾ ਸੀ 12ਵੀਂ ਜਮਾਤ ਨੂੰ, ਫਿਰ 11ਵੀਂ ਜਮਾਤ ਨੂੰ, ਇਹ ਕਰਕੇ ਅਸੀਂ ਜ਼ਰੂਰ ਕਾਲਜ ਸਟੂਡੈਂਟਸ ਨੂੰ ਵੀ ਦੇਵਾਂਗੇ। ਤੁਸੀਂ ਸਾਡੇ ਹੋ, ਤੁਸੀਂ ਮੰਗੇ ਹੈ, ਔਰ ਤੁਹਾਡੇ ਜਿੱਥੇ ਮਦਦ ਹੋ ਸਕਦੀ ਹੈ ਅਸੀਂ ਜ਼ਰੂਰ ਕਰਾਂਗੇ ਤੁਹਾਡੀ ਐਜੂਕੇਸ਼ਨ ਵਾਸਤੇ। ਮਨੀ ਗਰਗ ਜੀ, ਕੋ-ਫਾਊਂਡਰ ਆਫ ਰੈਡੀ ਮੋਟਿਵ ਸਟਾਰਟਅਪਸ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੱਡੇ ਇੰਡਸਟਰੀਅਲਿਸਟਾਂ ਨਾਲ ਮੀਟਿੰਗ ਕੀਤੀ ਹੈ ਔਰ ਉਹ ਡਿਸਕਸ਼ਨ ਸਾਨੂੰ ਅੱਛੇ ਜਿਹੜੇ अर्ਲੀ ਸਟੇਜ ਸਟਾਰਟਅਪਸ ਨੇ ਉਹਦੀ ਵੀ ਮੀਟਿੰਗ ਤੁਸੀਂ ਪਲੀਜ਼ ਕਰੋ। ਜ਼ਰੂਰ ਕਰਾਂਗੇ। ਆਈ ਵਿਲ ਇਨਫੋਰਮ ਮੈਂ ਇੰਡਸਟਰੀ ਡਿਪਾਰਟਮੈਂਟ ਨੂੰ ਕਹਿ ਦੂੰਗਾ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਜਿਹੜੀ ਇਹ ਜੈਸੇ ਉਹਨਾਂ ਨਾਲ ਕੀਤੀ ਸੀ ਤੁਹਾਡੇ ਸਟਾਰਟਅਪਸ ਨਾਲ ਅਸੀਂ ਗੱਲ ਕਰਾਂਗੇ ਔਰ ਦੇਖਾਂਗੇ ਕਿ ਅਸੀਂ ਤੁਹਾਡੀ ਹੈਲਪ ਹੋ ਸਕਦੀ ਹੈ। ਲੁਧਿਆਣੇ ਦੇ ਕਈ ਸੋਸ਼ਲ ਕਲਚਰਲ ਅਤੇ ਹੋਰ ਕ੍ਰੀਏਟਿਵ ਫੀਲਡ ਕਹਿੰਦੇ ਹੋ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਫੌਜੀਆਂ ਵਾਸਤੇ, ਆਰਮੀ ਵੈਟਰਨਸ ਵਾਸਤੇ ਆਪਣਾ ਕਾਰਵਾਂ ਦਾ ਇੱਕ ਗੀਤ ਬਣਾਇਆ। ਇਹ ਟੂ ਦਿਸ ਤੁਸੀਂ ਕਿਹਾ ਆਪਣੇ ਆਰਮੀ ਵੈਟਰਨਸ ਦੇ ਵਾਸਤੇ ਤੁਸੀਂ ਕੀਤਾ ਔਰ ਇਹ ਬੜੀ ਅੱਛੀ ਤਰ੍ਹਾਂ ਬਣ ਰਿਹਾ। ਤੁਸੀਂ ਕੁਛ ਇਹਦੇ ਬਾਰੇ ਬੋਲੋ। ਇਹ ਸ੍ਰਿਸ਼ਟੀ ਜੀ ਲੁਧਿਆਣਾ, ਬੇਟਾ ਗੱਲ ਇਹ ਹੈ ਕਿ ਫੌਜੀਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਹੈ ਔਰ ਕਈ ਬਾਰ ਤੁਸੀਂ ਦੇਖੋ ਜੈਸੇ ਸਿਆਚਿਨ ਜੈਸੀ ਜਗ੍ਹਾ ਹੈ, ਇਸ ਵੇਲੇ ਬਾਹਰ ਤੁਸੀਂ ਜਦ ਨਿਕਲਦੇ ਹੋ ਆਪਣੇ ਮੋਰਚਿਆਂ ਦੇ ਵਿੱਚੋਂ ਜਿੱਥੇ ਬੜੇ ਬਣਾਏ ਹੋਏ ਨੇ, ਬੜੀ ਠੰਡ ਉੱਥੇ ਹੋ ਜਾਂਦੀ। ਤੁਹਾਨੂੰ ਪਤਾ ਕਿੰਨੀ ਤਾਈਂ ਜਾਂਦੀ ਹੈ? -40 ਡਿਗਰੀ ਸੈਂਟੀਗ੍ਰੇਡ ਤੱਕ ਚਲੀ ਜਾਂਦੀ ਹੈ। ਆਪਣੇ ਰਾਈਫਲ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਤੁਸੀਂ ਹੱਥ ਲਾਓ ਅਤੇ ਇਹ ਚੱਕੋ ਔਰ ਥੋੜ੍ਹਾ ਛਿਲਕਾ ਉੱਤਰ ਜਾਂਦਾ ਸਾਰਾ। ਤੋ ਇਹਦੇ ਵਿੱਚ ਇਹ ਉੱਥੇ ਸਾਰੀ ਜ਼ਿੰਦਗੀ ਆਪਣੀ ਗੁਜ਼ਾਰਦੇ ਨੇ, ਉੱਥੇ ਰੇਗਿਸਤਾਨ ਦੇ ਵਿੱਚ, ਨਾਗਾਲੈਂਡ ਦੇ ਜੰਗਲਾਂ 'ਚ, ਹੋਰ ਪਾਕਿਸਤਾਨ ਦੇ ਸਾਹਮਣੇ ਪਹਾੜੀਆਂ 'ਚ, ਹੁਣ ਚੀਨ ਦੇ ਨਾਲ ਲਿਪਟਦੇ ਫਿਰਦੇ ਨੇ ਉੱਥੇ। ਤੋ ਇਹ ਕਦੇ ਕੁਛ ਮੰਗਦੇ ਨਹੀਂ ਉੱਥੋਂ, ਇਹ ਹਰ ਵੇਲੇ ਦਿੰਦੇ ਨੇ। ਫੌਜੀ ਜਿਹੜੇ ਹੁੰਦੇ ਨੇ ਨਾ, ਉਹ ਆਪਣੀ ਡਿਊਟੀ ਕਰਦੇ ਨੇ ਤਾਂ ਕਿ ਤੁਸੀਂ ਸੁਰੱਖਿਅਤ ਰਹਿ ਸਕੋ। ਤੋ ਇਹਨਾਂ ਦਾ ਜਿਹੜਾ ਤੁਸੀਂ ਆਹ ਕਰ ਰਹੇ ਹੋ ਕਿ ਜਿਹੜਾ ਤੁਸੀਂ ਉਹਨਾਂ ਦੇ ਵਾਸਤੇ ਗੀਤ ਬਣਾਇਆ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ। ਮੈਂ ਵੀ ਫੌਜ ਦੇ ਵਿੱਚ ਰਿਹਾ 10 ਸਾਲ, ਤੋ ਮੈਨੂੰ ਪਤਾ ਹੈ ਉੱਥੇ, ਕਿਉਂਕਿ ਮੈਂ ਵੀ ਚੀਨ ਦੀ ਵਿੱਚ ਰਿਹਾ ਔਰ ਮੈਂ ਆਪ ਦੇਖਿਆ ਕਿ ਕੀ ਉੱਥੇ ਗੱਲ ਹੁੰਦੀ। ਅਸੀਂ ਪੱਗ ਦੇ ਉੱਪਰੋਂ ਬੈਲਕਲਾਵਾ ਖਿੱਚ ਲੈਂਦੇ ਸੀ, ਅੱਖਾਂ ਦੇ ਉੱਪਰ ਗੋਗਲਸ ਲਾ ਲੈਂਦੇ ਸੀ ਔਰ ਜਿੱਥੇ ਤੁਹਾਡਾ ਸਾਹ ਆਉਂਦਾ ਸੀ ਨੱਕ 'ਤੇ ਜਾਂ ਮੂੰਹ ਦੇ ਸਾਹਮਣੇ, ਬਾਹਰਲੇ ਪਾਸੇ ਜੈਸੇ ਆਈਸੀਕਲਸ ਨੇ, ਬਰਫ਼ ਜੰਮੀ ਹੁੰਦੀ ਸੀਗੀ, ਹੱਥ ਤੁਹਾਡੇ ਠਰ ਜਾਂਦੇ ਸੀ, ਬੜੇ ਮੋਟੇ ਗਲਵਜ਼ ਹੁੰਦੇ ਸੀ, ਰਾਈਫਲ ਨੂੰ ਹੱਥ ਨਹੀਂ ਲੱਗਦਾ ਸੀ। ਅਤੇ ਇਹੋ ਜਿਹਾ ਜ਼ਮਾਨਾ ਹੈ, ਪਰ ਬੜੀ ਖੁਸ਼ੀ ਨਾਲ ਸਾਰੇ ਜਾਂਦੇ ਨੇ। ਜਿਹੜਾ ਜਾਂਦਾ ਹੈ ਫੌਜ ਵਿੱਚ, ਸਾਡੀ ਉਹ ਇਹ ਫੌਜ ਨਹੀਂ ਹੈ ਜੋ ਜੈਸੇ ਹੁਣ ਚੀਨ ਦੇ ਵਿੱਚ 60% ਫੌਜ ਇਹ ਕੰਸਕ੍ਰਿਪਸ਼ਨ ਦੀ ਹੈ। ਉਹਨਾਂ ਨੂੰ ਚਾਹੇ ਉਹਨਾਂ ਨੂੰ ਪਸੰਦ ਹੈ ਫੌਜ 'ਚ ਰਹਿਣਾ ਜਾਂ ਨਹੀਂ, ਉਹਨਾਂ ਨੂੰ ਵਿੱਚ ਪਾਉਂਦੇ ਨੇ, ਟ੍ਰੇਨਿੰਗ ਉਹਨਾਂ ਨੂੰ ਦਿੰਦੇ ਨੇ, 2 ਸਾਲ ਵਾਸਤੇ ਉੱਥੇ ਰੱਖਦੇ ਨੇ। 6 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ, ਬਾਕੀ ਆਪਣੇ ਉੱਥੇ ਸਰਵਿਸ। ਸਾਡੀ ਪ੍ਰੋਫੈਸ਼ਨਲ ਆਰਮੀ ਹੈ, ਸਾਰੇ ਬੰਦੇ ਆਪਣੇ ਦਿਲੋਂ ਜਾਂਦੇ ਨੇ ਉੱਥੇ, ਦਿਲ ਨਾਲ ਆਉਂਦੇ ਨੇ। ਤਾਂ ਇੱਥੇ ਕਦੇ
ਜਦੋਂ ਤੁਸੀਂ ਦੇਖੋ ਜਦੋਂ ਹੁੰਦੇ ਨੇ ਆਪਣੇ ਰਿਕਰੂਟਮੈਂਟ ਡਰਾਈਵ ਚੱਲਦੀ ਹੈ, ਰੱਖਣੇ ਨੇ 200 ਬੰਦੇ ਔਰ ਆ ਜਾਂਦੇ ਨੇ 20,000 ਆਪਣੇ ਭਰਤੀ ਹੋਣ ਵਾਸਤੇ। ਤੋ ਸਾਡੇ ਤਾਂ ਦਿਲੋਂ ਸੇਵਾ ਹੈ ਦੇਸ਼ ਦੀ, ਔਰ ਤੁਸੀਂ ਜਿਹੜਾ ਇਹ ਬਣਾਇਆ ਇਹ ਮੈਨੂੰ ਬੜੀ ਖੁਸ਼ੀ ਹੈ। ਔਰ ਮੈਂ ਆਸ ਕਰਦਾ ਕਿ ਸਾਰੇ ਫੌਜੀ ਤੁਹਾਡੇ ਜਿੱਥੇ ਵੀ ਹੈ ਤੁਹਾਡਾ ਜਿਹੜਾ ਗੀਤ ਹੈ ਜ਼ਰੂਰ ਤੁਹਾਡਾ ਸੁਣਨਗੇ, ਔਰ ਤੁਹਾਡਾ ਉਹਨਾਂ ਵੱਲੋਂ ਮੈਂ ਤੁਹਾਡਾ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਆਹ ਕਸ਼ਟ ਕਰ ਰਹੇ ਹੋ। ਫਿਰ ਤੇ ਸ਼ਮਸ਼ੇਰ ਸਿੰਘ ਰੰਧਾਵਾ ਜੀ ਤਰਨਤਾਰਨ ਤੋਂ ਪੁੱਛਦੇ ਨੇ ਸਕਿੱਲ ਸੈਂਟਰਸ ਕਦੋਂ ਰੀਓਪਨ ਹੋਣਗੇ। ਦੇਖੋ ਬੇਟਾ, ਕਈ ਗੱਲਾਂ ਨੇ, ਜੈਸੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇਹ ਨੈਸ਼ਨਲ ਡਿਜ਼ਾਸਟਰ ਹੈ, ਇਹ ਪੰਜਾਬ ਦਾ ਡਿਜ਼ਾਸਟਰ ਨਹੀਂ ਕਿ ਅਸੀਂ ਕੋਈ ਫੈਸਲਾ ਕਰ ਸਕੀਏ। ਇਹ ਗਵਰਨਮੈਂਟ ਆਫ ਇੰਡੀਆ ਦੱਸਦੀ ਹੈ ਕਿ ਕੀ ਹੋ ਸਕਦਾ ਕੀ ਨਹੀਂ। ਅਸੀਂ ਜ਼ਰੂਰ ਉਹਨਾਂ ਨੂੰ ਲਿਖਿਆ ਸੀ ਕਿ ਬੱਚੇ ਚਾਹੁੰਦੇ ਨੇ ਕਿ ਜਿਮ ਖੋਲ੍ਹਣ, ਅਤੇ ਜਿਮ ਦਾ ਉਹਨਾਂ ਨੇ ਇਜਾਜ਼ਤ ਦੇ ਕੇ ਕੋਈ ਗਾਈਡਲਾਈਨਸ ਦੇ ਦਿੱਤੀਆਂ ਚੱਲਣ ਵਾਸਤੇ। ਹਾਲੇ ਇਹ ਜਿਹੜੇ ਆਪਣੇ ਕੋਚਿੰਗ ਸੈਂਟਰਸ ਨੇ ਜਾਂ ਤੁਹਾਡੇ ਇੱਥੇ ਸਕਿੱਲ ਸੈਂਟਰਸ ਨੇ, ਇਹਦੇ ਵਾਸਤੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਅਗਲਾ ਉਹਨਾਂ ਦਾ ਇਸ ਮਹੀਨੇ ਦੀ ਅਖੀਰ ਤਾਈਂ ਜਿਹੜਾ ਨਵੀਂ ਗਾਈਡਲਾਈਨਸ ਆਉਣਗੀਆਂ, ਅਸੀਂ ਉਹਨਾਂ ਨੂੰ ਲਿਖ ਦੇਵਾਂਗੇ, ਲਿਖ ਕੇ ਪੁੱਛਾਂਗੇ ਕਿ ਇਹਦੇ ਵਿੱਚ ਬੱਚੇ ਉਹ ਜਾਣਾ ਚਾਹੁੰਦੇ ਨੇ ਸਕਿੱਲ ਸੈਂਟਰਸ ਦੇ ਵਿੱਚ, ਉਹਦਾ ਵੀ ਕੁਝ ਪ੍ਰਬੰਧ ਇਜਾਜ਼ਤ ਦੇਣ ਸਾਨੂੰ, ਅਤੇ ਮੈਂ ਲਿਖੂੰਗਾ ਔਰ ਆਈ ਹੋਪ ਕਿ ਇਸ ਮਹੀਨੇ ਦੀ ਅਖੀਰ ਤੱਕ ਕਰਦੇ ਹਾਂ। ਇੱਕ ਮੀਡੀਆ ਰਿਪੋਰਟਸ ਦੇ ਮੁਤਾਬਿਕ, ਕਿਸੇ ਨੇ ਨਾਂ ਨਹੀਂ ਆਪਣਾ ਦਿੱਤਾ, ਇਹਨਾਂ ਪੁੱਛਿਆ ਕਿ 51 ਬੰਦੇ ਸਾਡੇ ਹਾਲੇ ਅਬੈਂਡਨ ਨੇ ਲੈਬਨਨ ਦੇ ਵਿੱਚ, ਲੜਾਈ ਹੋ ਰਹੀ ਹੈ ਨਾ ਉੱਥੇ, ਅਤੇ ਇਹਨਾਂ ਨੂੰ ਕੈਸੇ ਆ ਸਕਣ। ਸਿਸਟਮ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਕੌਂਸੂਲੇਟ ਕੋਲ ਜਾਓ, ਸਾਡਾ ਇੰਡੀਅਨ ਉੱਥੇ, ਔਰ ਉਹ ਆਪਣੇ ਜਿਹੜੇ ਜਹਾਜ਼ ਆਉਂਦੇ ਨੇ ਉੱਥੋਂ ਕੋਸ਼ਿਸ਼ ਕਰਨਗੇ ਤੁਹਾਨੂੰ ਉੱਥੇ ਕੱਢਣ ਦੀ। ਮੈਂ ਵੀ ਕੋਸ਼ਿਸ਼ ਕਰਾਂਗਾ, ਮੈਂ ਲਿਖਾਂਗਾ ਟੂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਤਾਂ ਕਿ ਸਾਡੇ ਕੌਂਸੂਲੇਟ ਨੂੰ ਉੱਥੇ ਦੱਸਣ ਕਿ 51 ਜਿਹੜੇ ਬੰਦੇ ਨੇ ਸਾਡੇ ਉੱਥੇ ਫਸੇ ਹੋਏ, ਉਹਨਾਂ ਨੂੰ ਕਢਾਉਣ ਦੀ ਪੂਰੀ ਕੋਸ਼ਿਸ਼ ਕਰਨ। ਦਿਲਪ੍ਰੀਤ ਸਿੰਘ ਜੀ ਪਟਿਆਲੇ ਤੋਂ ਕਹਿੰਦੇ ਨੇ ਕਿ ਅੱਜ ਅਖਬਾਰਾਂ 'ਚ ਆਇਆ ਕਿ ਮੌਂਟੇਕ ਸਿੰਘ ਆਹਲੂਵਾਲੀਆ ਦੀ ਰੈਕਮੈਂਡੇਸ਼ਨ 'ਤੇ ਹੈ ਕਿ ਜਿਹੜੀ ਮੁਫਤ ਦੀ ਬਿਜਲੀ ਦਿੰਦੇ ਆ ਟਿਊਬਵੈੱਲਾਂ ਨੂੰ, ਉਹ ਬੰਦ ਕੀਤੀ ਜਾਵੇ। ਇਹ ਪਲੀਜ਼ ਨਾ ਇਹ ਜਿਹਾ ਕੰਮ ਕੋਈ ਕਰੋ। ਆਹ ਹੈ ਰਿਪੋਰਟ ਆਹਲੂਵਾਲੀਆ ਜੀ ਦੀ ਪਹਿਲੀ ਰਿਪੋਰਟ ਜੋ ਸਾਡੇ ਕੋਲ ਆਈ ਹੈ, ਔਰ ਇਹ ਤਾਂ ਹਾਲੇ ਸ਼ੁਰੂਆਤ ਹੈ, ਇਹਨੇ ਜਾਣਾ ਹੈ ਦਸੰਬਰ ਤੱਕ, ਜਿਹੜੀ ਫਾਈਨਲ ਰਿਪੋਰਟ ਉਦੋਂ ਆਏਗੀ। ਇਹ ਤਾਂ ਸਿਰਫ ਇਹਨਾਂ ਨੇ ਸ਼ੁਰੂ ਕੀਤਾ ਹੈ ਸਾਨੂੰ ਸਾਰਾ ਕੁਝ ਭੇਜਣਾ, ਤਾਂ ਕਿ ਅਸੀਂ ਵੀ ਆਪਣਾ ਕੰਮ ਕਰ ਸਕੀਏ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੈਨੀਫੈਸਟੋ ਵਿੱਚ ਵੀ ਮੈਂ ਕਿਹਾ ਸੀ, ਔਰ ਸਦਾ ਹੀ ਅਸੀਂ ਸਾਡਾ ਸਟੈਂਡ ਕਾਂਗਰਸ ਪਾਰਟੀ ਦਾ ਰਿਹਾ ਹੈ ਕਿ ਜਿਹੜੀ ਪਾਵਰ ਮਿਲ ਰਹੀ ਹੈ ਟਿਊਬਵੈੱਲ ਨੂੰ, ਉਹ ਕਦੀ ਵੀ ਬੰਦ ਨਹੀਂ ਕੀਤੀ ਜਾਵੇਗੀ। ਔਰ ਇਹ ਠੀਕ ਹੈ, ਇਹ ਜਿਹੜੇ ਮਾਹਰ ਨੇ ਇਹ ਆਪਣੇ ਆਪਣੇ ਵਿਊਜ਼ ਦੇਣਗੇ ਸਾਨੂੰ, ਉਹ ਫਿਰ ਕੈਬਨਿਟ ਦੇਖੇਗੀ, ਔਰ ਉਹ ਕੈਬਨਿਟ ਦੇ ਵਿੱਚ ਫਿਰ ਅਸੀਂ ਦੇਖਾਂਗੇ ਕਿ ਕਿਹੜੀਆਂ ਚੀਜ਼ਾਂ ਇਹਨਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ, ਕਿਹੜੀਆਂ ਨਹੀਂ ਕਰ ਸਕਦੇ। ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੀ ਰਿਪੋਰਟ ਹੁਣ ਜਿਹੜੀ ਮੈਨੂੰ ਅੱਜ ਭੇਜੀ ਹੈ ਰਿਪੋਰਟ, ਉਹਨਾਂ ਨੇ ਇਹ ਨਹੀਂ ਕਿਹਾ, ਇਹ ਪਤਾ ਨਹੀਂ ਅਖਬਾਰ ਵਾਲੇ ਕਿੱਥੋਂ ਕਰ ਲੈਂਦੇ ਨੇ, ਜਿਹੜੀ ਰਿਪੋਰਟ ਆਈ ਹੈ ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਇਹ ਤੁਹਾਡਾ ਪੰਜਾਬ ਗਵਰਨਮੈਂਟ ਦਾ ਤੁਹਾਡਾ ਮਸਲਾ ਹੈ, ਔਰ ਉਹ ਤੁਸੀਂ ਫੈਸਲਾ ਇਸ 'ਤੇ ਕਰਨਾ ਹੈ। ਇਹ ਨਹੀਂ ਕਿਹਾ ਕਿ ਤੁਸੀਂ ਕਰੋ, ਔਰ ਇਹ ਸਾਡਾ ਇੱਕ ਕੋਈ ਸਾਡੀ ਜਿਹੜੇ ਅਸੀਂ ਸਾਡੀ ਕਮੇਟੀ ਹੈ ਉਹਦਾ ਇਹ ਫੈਸਲਾ ਹੈ। ਇਹ ਨਹੀਂ ਕਿਹਾ, ਇਹ ਕਹਿੰਦਾ ਇਹ ਸਾਡੀ ਸੁਜੈਸ਼ਨਸ ਨੇ, ਉਹ ਫਿਰ ਦੇਖਾਂਗੇ ਜ਼ਿਆਦਾ ਕਰਾਂਗੇ। ਲੇਕਿਨ ਜਦੋਂ ਤਾਈਂ ਮੈਂ ਹੈ ਕੋਈ ਤੁਹਾਡੇ ਟਿਊਬਵੈੱਲ ਦੀ ਬਿਜਲੀ ਨਹੀਂ ਬੰਦ ਕਰੂਗਾ, ਤੁਸੀਂ ਚੱਲਦੇ ਰਹੋ। ਇਹ ਸਾਡਾ ਮੈਨੀਫੈਸਟੋ 'ਚ ਵੀ ਵਾਅਦਾ ਸੀ, ਔਰ ਅੱਜ ਵੀ ਮੈਂ ਤੁਹਾਡੇ ਨਾਲ ਕਰਦਾ। ਬਹੁਤ ਤੁਹਾਡਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਹ ਸਵਾਲ ਕਰਦੇ ਰਹਿੰਦੇ ਹੋ, ਔਰ ਮੇਰਾ ਕੋਸ਼ਿਸ਼ ਹੈ ਹਰ ਵੇਲੇ ਤੁਹਾਡਾ ਜਵਾਬ ਦੇਣ ਦੀ। ਔਰ ਇਹ ਵੀ ਕਿ ਤੁਸੀਂ ਹੁਣ ਕੋਵਿਡ ਵਿੱਚ ਤੁਸੀਂ ਮੇਰੀ ਗੱਲ ਮੰਨੀ, ਤੁਹਾਡੀ ਮੈਂ ਮੰਨ ਲੈਂਦਾ, ਪਰ ਤੁਸੀਂ ਮੇਰੀ ਗੱਲਾਂ ਮੰਨਿਆ ਕਰੋ, ਔਰ ਇਹ ਕੋਵਿਡ ਨੂੰ ਆਪਾਂ ਪੰਜਾਬ ਨੂੰ ਕੱਢੀਏ ਇਸ ਦੇ ਵਿੱਚੋਂ। ਔਰ ਤੁਸੀਂ ਜਿਹੜਾ ਤੁਸੀਂ ਕਰੋਗੇ, ਔਰ ਤੁਸੀਂ ਮੇਰੀ ਆਖੇ ਲੱਗੋਗੇ, ਔਰ ਅਗਰ ਮੈਂ ਤੁਹਾਨੂੰ ਬਚਾ ਸਕਦਾ ਇਹ ਗੱਲਾਂ ਕਰਕੇ, ਔਰ ਤੁਸੀਂ ਆਪਣੇ ਪਰਿਵਾਰ ਨੂੰ, ਗੁਆਂਢੀਆਂ ਨੂੰ, ਦੋਸਤਾਂ ਨੂੰ, ਮਹੱਲੇਦਾਰਾਂ ਨੂੰ ਸਾਰੇ ਬਚਾ ਸਕਦੇ ਹੋ, ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਬੜੀ ਖੁਸ਼ੀ ਹੋਈ ਹੈ। ਅਗਲੇ ਹਫ਼ਤੇ ਫਿਰ ਆਪਾਂ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਹਿੰਦੁਸਤਾਨ ਦੇ 74ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਉਸ 'ਤੇ ਬਹੁਤ ਬਹੁਤ ਵਧਾਈ ਹੋਏ। ਉਸ ਸਾਡੀ ਆਜ਼ਾਦੀ ਪਾਉਣ ਵਾਸਤੇ ਪੰਜਾਬੀਆਂ ਦੀ ਅਣਗਿਣਤ ਕੁਰਬਾਨੀਆਂ ਰਹੀਆਂ ਨੇ। ਮੇਰਾ ਖਿਆਲ ਅਗਰ ਤੁਸੀਂ ਜਿੱਥੇ ਮਰਜ਼ੀ ਜਾਓ, ਮੈਂ ਵੀ ਗਿਆ ਸੀ ਪਿਛਲੀ ਵਾਰ
ਐਂਡਮਨ ਆਈਲੈਂਡਸ ਨੂੰ, ਜਿੱਥੇ ਕਾਲਾ ਪਾਣੀ ਦੀ ਸਜ਼ਾ ਹੁੰਦੀ ਸੀ, ਔਰ ਉੱਥੇ ਉਹ ਬੋਰਡ ਦੇ ਉੱਪਰ ਸੈਂਕੜੇ ਹੀ ਉੱਥੇ ਨਾਂ ਸਾਡੇ ਪੰਜਾਬੀਆਂ ਦੇ ਸੀ ਜਿਹੜੇ ਇੱਕ ਵਾਰ ਭੇਜੇ ਜਾਂਦੇ ਸੀ ਔਰ ਫਿਰ ਮੁੜ ਕੇ ਨਹੀਂ ਆਉਂਦੇ ਸੀ ਕਦੇ। ਉਹਨਾਂ ਨੇ ਆਪਣੇ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ। ਫੌਜ ਨੇ ਲੜੀ, ਜੋ 1947 ਦੇ ਵਿੱਚ ਉੱਥੇ ਲੜੇ। ਫੌਜ ਨੇ ਇੰਨਾ ਕੁਛ ਆਪਣੇ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ 'ਚ। ਸਭ ਸਾਡਾ ਸੀ, ਚਾਹੇ ਇਟਲੀ ਦੇ ਵਿੱਚ ਸੀ, ਚਾਹੇ ਨਾਰਥ ਅਫਰੀਕਾ ਵਿੱਚ ਸੀ, ਚਾਹੇ ਗ੍ਰੀਸ ਵਿੱਚ ਸੀ। ਪੰਜਾਬੀਆਂ ਨੇ ਜੰਗ ਉੱਥੇ ਲੜਿਆ ਔਰ ਸਾਡਾ ਪੂਰੇ ਪੰਜਾਬ ਦਾ ਨਾਮ ਅੱਜ ਸਾਰੀ ਦੁਨੀਆ ਲੈਂਦੀ ਹੈ। ਹੁਣ ਮੈਂ ਕਿਤਾਬ 'ਚ ਅੱਜ ਦੇਖ ਰਿਹਾ ਸੀ ਕਿ ਇਟਲੀ ਨੇ ਵੀ ਉੱਥੇ ਆਪਣੇ ਪੰਜਾਬੀਆਂ ਦਾ ਕੋਈ ਬੁੱਤ ਲਾਇਆ, ਜਿੱਥੇ ਜਿਹੜੇ ਕੁਰਬਾਨੀ ਉਹਨਾਂ ਨੇ ਪਹਿਲੀ ਲੜਾਈ ਔਰ ਦੂਜੀ ਮਹਾਂਯੁੱਧ ਦੇ ਵਿੱਚ ਕੀਤਾ ਸੀ, ਉਹਦੇ ਵਾਸਤੇ ਇੰਨੀ ਦੇਰ ਤੋਂ ਬਾਅਦ ਯਾਦ ਰੱਖਦੇ ਨੇ ਸਾਨੂੰ। ਸੋ ਇਹ ਅੱਜ ਆਪਾਂ ਉਸ ਦਿਨ ਨੂੰ ਮਨਾ ਰਹੇ ਹਾਂ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ। ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ, 1947 ਦੀ ਲੜਾਈ ਕਸ਼ਮੀਰ 'ਚ ਹੋਈ, ਚਾਹੇ 62 ਦੀ ਚਾਈਨਾ ਦੇ ਨਾਲ, ਚਾਹੇ ਫਿਰ ਆਪਣੀ ਹੋਈ 65 ਦੀ ਲੜਾਈ ਇੱਥੇ ਪੰਜਾਬ ਦੇ ਵਿੱਚ, ਫਿਰ 71 ਦੀ ਲੜਾਈ ਵਿੱਚ ਪੰਜਾਬ ਵਿੱਚ ਵੀ ਔਰ ਬੰਗਲਾਦੇਸ਼ ਵਿੱਚ ਵੀ, ਫਿਰ ਸਾਡੇ 99 ਦੇ ਵਿੱਚ ਆਪਣਾ ਕਾਰਗਿਲ ਦੀ। ਸਾਰੇ ਸਾਡੇ ਬੰਦਿਆਂ ਨੇ ਉੱਥੇ ਪ੍ਰਾਪਤੀਆਂ ਕੀਤੀਆਂ। ਹੁਣ ਦੇਖ ਲਓ ਚੀਨ ਦੇ ਵਿੱਚ ਸਾਡੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ, ਹੁਣ 3 ਪੰਜਾਬ ਦੀ ਆਪਣੀ ਰੈਜੀਮੈਂਟ ਸੀ। ਗੁਰਤੇਜ ਸੀ ਇੱਕ ਨੌਜਵਾਨ, ਉਹਨਾਂ ਦੇ ਘਾਤਕ ਪਲਟੂਨ